पंजाबी देख रहे हुए सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਇੱਕ ਵਾਰੀ ਫਿਰ ਜਿਸ ਤਰ੍ਹਾਂ ਤੁਹਾਡੇ ਨਾਲ ਲਗਾਤਾਰ ਅਸੀਂ ਕਵਰੇਜ ਪੇਸ਼ ਕਰ ਹੀ ਰਹੇ ਹਾਂ, ਅੱਜ ਅਸੀਂ ਇੱਕ ਵਾਰੀ ਫਿਰ ਪੰਜਾਬ ਪੋਲਿਟਿਕਸ ਨੂੰ ਲੈ ਕੇ ਵੱਖ-ਵੱਖ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮੋਸਟ ਇੰਪੋਰਟੈਂਟਲੀ ਇੱਥੇ ਵਸਦੇ ਹੋਏ ਅਸੀਂ NRIs ਸਾਡਾ ਕੀ ਰੋਲ ਹੋਣਾ ਚਾਹੀਦਾ ਹੈ, ਸਾਡੇ ਕੀ ਵਿਚਾਰ ਹੈਗੇ ਇਨ ਅਪਕਮਿੰਗ ਇਲੈਕਸ਼ਨਸ ਤੇ 20 ਤੋਂ ਵੀ ਘੱਟ ਦਿਨ ਰਹਿ ਗਏ ਹੈ। ਫੈਬਰੂਰੀ 20 ਨੂੰ ਇਹ ਵੋਟਾਂ ਪੈਣੀਆਂ ਤੇ ਅੱਜ ਅਸੀਂ ਇਹ ਗੱਲ ਕਰਾਂਗੇ ਕਿ ਸਾਡਾ ਕੀ ਰੋਲ ਬਣਦਾ ਹੈ, ਸਾਨੂੰ ਕੀ ਜਾਣਕਾਰੀ ਹੋਣੀ ਚਾਹੀਦੀ ਹੈ, ਤੁਸੀਂ ਸਾਡੇ ਨਾਲ ਕੀ ਆਪ ਦੇ ਵਿਚਾਰ ਰੱਖਣਾ ਚਾਹੁੰਦੇ ਹੋ, ਰੱਖ ਸਕਦੇ ਹੋ इन इलैक्शनस ਨੂੰ ਲੈ ਕੇ। ਸੋ ਜ਼ਰੂਰ ਕਾਲ ਕਰਕੇ ਆਪਦੇ ਵੱਖ-ਵੱਖ ਓਪੀਨੀਅਨਸ ਜਾਂ ਕੁਐਸਚਨਸ ਕਮੈਂਟਸ ਤੁਸੀਂ ਸ਼ੇਅਰ ਕਰ ਸਕਦੇ ਹੋ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ। ਜ਼ਰੂਰ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ ਬਿਕੋਜ਼ ਐਟ ਦੀ ਐਂਡ ਆਫ ਦ ਡੇ ਪੰਜਾਬ ਦੇ ਵਿੱਚ ਜਦੋਂ ਪੋਲਿਟਿਕਸ ਹੁੰਦੇ ਹੈ ਅਸੀਂ ਲਗਾਤਾਰ ਇਹ ਗੱਲ ਕਹਿੰਦੇ ਵੀ ਹੈਗੇ ਕਿ ਉਹ ਪੋਲਿਟਿਕਸ ਅਫੈਕਟ ਉੱਥੇ ਰਹਿਣ ਵਾਲਿਆਂ ਨੂੰ ਕਰਦੇ ਹੈ, ਬਟ ਉਹ ਪੋਲਿਟਿਕਸ ਕਿਸੇ ਨਾ ਕਿਸੇ ਹੱਦ ਤੱਕ ਮੋਟੀਵੇਟਡ ਬਾਹਰਲੇ ਮੁਲਕਾਂ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਤੋਂ ਹੁੰਦੇ ਆ। ਬਿਕੋਜ਼ ਸੈਡ ਫੈਕਟ ਇਹੀ ਹੈਗਾ ਕਿ ਜੋ ਫਾਈਨੈਂਸ਼ੀਅਲ ਸਪੋਰਟ ਹੈ ਓਵਰਵੈਲਮਿੰਗਲੀ ਬਾਹਰਲੇ ਮੁਲਕਾਂ ਤੋਂ ਆਉਂਦੀ ਹੈ। ਪੰਜਾਬ ਦੇ ਵਿੱਚ ਤਾਂ ਫਾਈਨੈਂਸ਼ੀਅਲ ਸਪੋਰਟ ਉਸ ਲੈਵਲ ਤੱਕ ਪਹੁੰਚ ਨਹੀਂ ਸਕਦੀ ਬਿਕੋਜ਼ ਅਨਫੋਰਚੂਨੇਟਲੀ ਇਹੀ ਇੱਕ ਅਸੀਂ ਕਹਿ ਸਕਦੇ ਹਾਂ ਇੱਕ ਚੀਜ਼ ਜੋ ਪੰਜਾਬ ਨੂੰ ਪਿੱਛੇ ਖਿੱਚ ਰਹੀ ਹੈ ਕਿ ਜੋ ਤਰੱਕੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਸੀ ਉਹ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਚਲੀ ਗਈ ਹੈ। ਤਰੱਕੀ ਹੀ ਅਤੇ ਜਿਹਨੂੰ ਅਸੀਂ ਬ੍ਰੇਨ ਡਰੇਨ ਕਹਿੰਦੇ ਹੈ, ਜੋ ਸਭ ਤੋਂ ਸਿਆਣੇ ਸਭ ਤੋਂ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੋਟੈਂਸ਼ੀਅਲ ਸੀਗਾ ਉਹ ਵੀ ਬਾਹਰਲੇ ਮੁਲਕਾਂ ਦੇ ਵਿੱਚ ਵਸ ਗਏ ਆ ਕੇ, ਭਾਵੇਂ ਉਹ ਮਜਬੂਰੀ ਕਰਕੇ ਹੋਏ ਭਾਵੇਂ ਉਹ ਇੱਕ ਪਰਸਨਲ ਚੋਇਸ ਕਰਕੇ ਹੋਏ। ਬਟ ਪੰਜਾਬ ਦੇ ਵਿੱਚ ਨਾ ਉਹ ਫਾਈਨੈਂਸ਼ੀਅਲ ਸਟਰੈਂਥ ਰਹਿ ਗਈ ਹੈ, ਨਾ ਉਹ ਇੱਕ ਤੁਸੀਂ ਕਹਿ ਲਓ ਇੰਟਲੈਕਚੁਅਲ ਸਟਰੈਂਥ ਰਹਿ ਗਈ ਹੈ ਜਿਹਦੇ ਸਿਰ 'ਤੇ ਪ੍ਰੋਸਪੈਰਿਟੀ ਅਤੇ ਸਕਸੈਸ ਅਤੇ ਇੰਪਾਵਰਮੈਂਟ ਆਉਂਦੀ ਹੈ ਕਿਸੇ ਵੀ ਸਟੇਟ ਦੇ ਵਿੱਚ ਜਾਂ ਮੁਲਕ ਦੇ ਵਿੱਚ। ਸੋ ਅੱਜ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ, ਸਾਡੇ ਨਾਲ ਹੋਰ ਕਮਿਊਨਿਟੀ ਦੇ ਲੀਡਰਸ ਵੀ ਜੁੜਨਗੇ, ਆਪ ਦੀ ਪ੍ਰੋਜੈਕਸ਼ਨਸ ਰੱਖਣਗੇ ਬਿਕੋਜ਼ ਵਨਸ ਅਗੈਨ ਇਲੈਕਸ਼ਨਸ ਦੇ ਇਸ ਕੈਂਪੇਨ ਦੇ ਦੌਰਾਨ ਕਾਫੀ ਗਰਮੀ ਦੇ ਨਾਲ ਕੈਂਡੀਡੇਟਸ ਅਤੇ ਪਾਰਟੀਜ਼ ਦੇ ਵੱਖ-ਵੱਖ ਅਟੈਕ ਸੁਣਨ ਨੂੰ ਮਿਲ ਰਹੇ ਹੈ ਐਂਡ ਉਹਨਾਂ ਦੇ ਸਾਰੇ ਵਾਅਦੇ ਹੁਣ ਖੁੱਲ੍ਹ ਕੇ ਅੱਗੇ ਆ ਰਹੇ ਹੈ। ਹਾਲੇ ਵੀ ਕੁਛ ਇਸ਼ੂਜ਼ ਨੂੰ ਤੁਸੀਂ ਕਹਿ ਲਓ ਮੈਂ ਇਗਨੋਰ ਤਾਂ ਨਹੀਂ ਕਹਾਂਗੀ ਬਟ ਜਿੰਨੀ ਫੋਕਸ ਉਹਨਾਂ 'ਤੇ ਕਰਨੀ ਚਾਹੀਦੀ ਹੈ ਨਹੀਂ ਸੁਣਨ ਨੂੰ ਮਿਲ ਰਹੀ। ਵਨਸ ਅਗੈਨ ਜੋ ਵੱਡੇ ਇਸ਼ੂਜ਼ ਸਾਨੂੰ ਸਾਰਿਆਂ ਨੂੰ ਪਤਾ ਹੈ, ਸਾਨੂੰ ਪਤਾ ਹੈ, ਜੋ ਵੋਟ ਪਾਉਣ ਵਾਲੀ ਜਨਤਾ ਹੈਗੀ ਉਹਨਾਂ ਨੂੰ ਪਤਾ ਹੈ, ਬਟ ਕਿਤੇ ਨਾ ਕਿਤੇ ਜੋ ਲੀਡਰਸ, ਜੋ ਪੋਲਿਸੀ ਮੇਕਰਸ, ਜੋ ਪੋਲੀਟੀਸ਼ੀਅਨਸ ਜਿਨ੍ਹਾਂ ਨੇ ਇਨ ਇਸ਼ੂਆਂ 'ਤੇ ਐਕਸ਼ਨ ਲੈਣਾ ਹੈ ਉਹਨਾਂ ਤੋਂ ਸੁਣਨ ਨੂੰ ਨਹੀਂ ਮਿਲ ਰਿਹਾ ਸਾਨੂੰ। ਫॉर ਐਗਜ਼ਾਮਪਲ ਸਭ ਤੋਂ ਵੱਡਾ ਅਸੀਂ ਤੁਹਾਨੂੰ ਮੈਂ ਪਹਿਲੇ ਵੀ ਇੱਕ ਪ੍ਰੋਗਰਾਮ ਬਾਰੇ ਦੱਸਿਆ ਸੀ, ਪੰਜਾਬ ਕੀ ਚਾਹੁੰਦਾ ਹੈ ਪ੍ਰੋਗਰਾਮ ਕਰਦੇ ਹਾਂ, ਉਹਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਮਾਮੂਲੀ ਲੋਕਾਂ ਨਾਲ ਗੱਲ ਕਰਕੇ ਉਹਨਾਂ ਤੋਂ ਪੁੱਛਦੇ ਹਾਂ ਕਿ ਤੁਹਾਡੇ ਲਈ ਸਭ ਤੋਂ ਵੱਡੀ ਕੀ ਪ੍ਰਾਇਓਰਿਟੀ ਹੈ। ਬਾਰ-ਬਾਰ ਲੋਕਾਂ ਤੋਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਜੌਬਸ ਅਤੇ ਐਜੂਕੇਸ਼ਨ। ਜੋ ਨੌਜਵਾਨ ਹਨ ਉਹ ਕਹਿ ਰਹੇ ਕਿ ਸਾਨੂੰ ਐਜੂਕੇਸ਼ਨ ਦੀ ਓਪਰਚੁਨਿਟੀਜ਼ ਨਹੀਂ ਮਿਲਦੀ, ਜਦੋਂ ਅਸੀਂ ਪੜ੍ਹਾਈ ਲਿਖਾਈ ਕਰ ਵੀ ਲੈਂਦੇ ਹਾਂ ਸਾਨੂੰ ਜੌਬਸ ਦੀ ਓਪਰਚੁਨਿਟੀਜ਼ ਨਹੀਂ ਮਿਲਦੀ। ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਲੋਕਾਂ ਦਾ ਸੁਣਨ ਨੂੰ ਮਿਲਦਾ ਹੈ ਐਜੂਕੇਟਡ ਪ੍ਰੋਫੈਸ਼ਨਲਸ ਕਿ ਸਾਡੇ ਕੋਲ ਇੱਥੇ ਕੋਈ ਪ੍ਰੋਫੈਸ਼ਨਲ ਡਿਵੈਲਪਮੈਂਟ ਲਈ ਗਰੋਥ ਨਹੀਂ ਹੈਗੀ। ਯੂਨਾਈਟਿਡ ਸਟੇਟਸ ਦੇ ਵਿੱਚ ਜਾਂ ਵੈਸਟਰਨ ਮੁਲਕਾਂ ਦੇ ਵਿੱਚ ਇੱਕ ਟਰਮ ਕਹੀ ਜਾਂਦੀ ਹੈ, ਇਟਸ ਕਾਲਡ ਅਪਵਰਡ ਮੋਬਿਲਿਟੀ, ਕਿ ਇੱਕ ਸੁਸਾਇਟੀ ਨੂੰ, ਇੱਕ ਲੋਅਰ ਕਲਾਸ ਨੂੰ ਜਾਂ ਮਿਡਲ ਕਲਾਸ ਨੂੰ ਇੱਕ ਜ਼ਰੀਆ ਦੇਣਾ ਚਾਹੀਦਾ ਤਾਂ ਕਿ ਉਹ ਅਪਵਰਡ ਮੋਬਿਲਿਟੀ ਹਾਸਿਲ ਕਰ ਸਕਣ। ਤੁਸੀਂ ਇੱਕ ਨੌਕਰੀ ਲੈਂਦੇ ਹੋ, ਨੌਕਰੀ ਦੇ ਵਿੱਚ ਅਗਰ ਤੁਹਾਨੂੰ ਕਦੀ ਵੀ ਪ੍ਰਮੋਸ਼ਨ ਦਾ ਜਾਂ ਕਦੀ ਵੀ ਇੱਕ ਰੇਜ਼ ਦਾ ਕੋਈ ਚਾਂਸ ਵੀ ਨਾ ਮਿਲੇ ਤੇ ਤੁਸੀਂ ਕਦੀ ਵੀ ਉਸ ਲੈਵਲ ਤੋਂ ਉੱਤੇ ਵੱਧ ਹੀ ਨਹੀਂ ਸਕਦੇ। ਸੋ ਪੰਜਾਬ ਦੇ ਵਿੱਚ ਇਹ ਚੀਜ਼ ਬਾਰ-ਬਾਰ ਸੁਣਨ ਨੂੰ ਮਿਲਦੀ ਹੈ ਜਨਤਾ ਵੱਲੋਂ ਕਿ ਸਾਨੂੰ ਅਪਵਰਡ ਮੋਬਿਲਿਟੀ ਤਾਂ ਛੱਡ ਦੇਵੋ, ਸਾਨੂੰ ਤਾਂ ਬੇਸਿਕ ਨੌਕਰੀਆਂ ਨਹੀਂ ਮਿਲ ਰਹੀਆਂ, ਡਿਗਰੀਜ਼ ਦੇ ਨਾਲ ਅਸੀਂ ਜਾ ਕੇ ਦਰਵਾਜ਼ੇ ਖੜਕਾ ਰਹੇ ਹੈ, ਸਾਨੂੰ ਕੋਈ ਕੰਮ ਨਹੀਂ ਮਿਲ ਰਿਹਾ। ਉਸ ਤੋਂ ਬਾਅਦ
ਸਭ ਤੋਂ ਇੱਕ ਹੋਰ ਵੱਡਾ ਮਸਲਾ ਜੋ ਇਸ ਵੇਲੇ ਅੱਗੇ ਆਇਆ ਹੈ, ਲੇਕਿਨ ਇੱਕ ਵਾਰੀ ਫਿਰ ਲੀਡਰਾਂ ਤੋਂ ਸੁਣਨ ਨੂੰ ਨਹੀਂ ਮਿਲ ਰਿਹਾ, ਜਨਤਾ ਤੋਂ ਜ਼ਿਆਦਾ ਸੁਣਨ ਨੂੰ ਮਿਲ ਰਿਹਾ, ਉਹ ਕਿਹਾ ਹੈਗਾ ਹੈਲਥ ਕੇਅਰ। ਜੋ ਪ੍ਰਾਈਵੇਟ ਹਸਪਤਾਲਾਂ ਦਾ ਸਿਸਟਮ ਹੈਗਾ ਉਹ ਆਮ ਲੋਕਾਂ ਨੂੰ ਠੀਕ ਤਰ੍ਹਾਂ ਨਹੀਂ ਸਰਵ ਕਰਦਾ, ਤੇ ਜੋ ਗਵਰਨਮੈਂਟ ਸਰਕਾਰੀ ਹਸਪਤਾਲ ਹੈਗੇ ਉਹਨਾਂ ਦਾ ਕੀ ਹਾਲ ਬਣਿਆ ਹੋਇਆ ਹੈ ਉਹਦੀ ਤਾਂ ਕੁਝ ਕਹਿਣ ਦੀ ਵੀ ਲੋੜ ਨਹੀਂ ਹੈਗੀ। ਸੋ ਜਿੱਥੇ ਜਨਤਾ ਆਪ ਦੀ ਸਿਹਤ ਬਾਰੇ ਸਿਕਿਉਰ ਨਹੀਂ ਫੀਲ ਕਰ ਸਕਦੀ ਕਿ ਸਾਨੂੰ ਜ਼ੁਕਾਮ ਤੱਕ ਨਾ ਹੋ ਜਾਏ, ਕਿ ਸਾਨੂੰ ਹਸਪਤਾਲ ਨਾ ਜਾਣਾ ਪਏ ਜ਼ੁਕਾਮ ਕਰਕੇ, ਉੱਥੇ ਕਿਸ ਤਰ੍ਹਾਂ ਉਹ ਥਰਾਈਵ ਕਰ ਸਕਦੇ ਆ, ਕਿਸ ਤਰ੍ਹਾਂ ਉਹ ਹੋਰ ਅੱਗੇ ਵੱਧ ਸਕਦੇ ਆ। ਐਜੂਕੇਸ਼ਨ, ਜੌਬਸ ਤੇ ਹੈਲਥ ਕੇਅਰ ਨੂੰ ਲੈ ਕੇ ਵਾਅਦੇ ਜ਼ਰੂਰ ਸੁਣਨ ਨੂੰ ਮਿਲ ਰਹੇ, ਬਟ ਕੋਈ ਕੰਕਰੀਟ ਪਲਾਨ ਕਿ ਕਿਸ ਤਰ੍ਹਾਂ ਇਨ ਚੀਜ਼ਾਂ ਤੇ ਐਕਸ਼ਨ ਲਿੱਤਾ ਜਾਊਗਾ ਹਲੇ ਤੱਕ ਨਹੀਂ ਸੁਣਨ ਨੂੰ ਮਿਲ ਰਿਹਾ। ਇਨ ਫੈਕਟ ਅਗਰ ਚੀਜ਼ਾਂ ਇਸੇ ਤਰ੍ਹਾਂ ਅੱਗੇ ਵਧ ਰਹੀਆਂ ਜਿਸ ਤਰ੍ਹਾਂ, ਸਾਨੂੰ ਕੋਈ ਡਾਊਟ ਨਹੀਂ ਹੈਗਾ ਕਿ ਜੋ ਪਿਛਲੇ ਕਿੰਨੇ ਸਾਲਾਂ ਦਾ ਟ੍ਰੈਂਡ ਹੈ ਉਹੀ ਟ੍ਰੈਂਡ ਕੰਟੀਨਿਊ ਹੋਣਾ ਹੈ, ਭਾਵੇਂ ਉਹ ਜੌਬਸ ਤੇ ਐਜੂਕੇਸ਼ਨ ਦੇ ਵਿੱਚ ਹੋਏ, ਭਾਵੇਂ ਉਹ ਹੈਲਥ ਕੇਅਰ ਦੇ ਵਿੱਚ ਹੋਏ। ਤੀਜਾ ਵੱਡਾ ਇਸ਼ੂ ਇਨਫਰਾਸਟ੍ਰਕਚਰ ਦੀ ਗੱਲ ਅਸੀਂ ਇੱਥੇ ਵੀ ਸੁਣਦੇ ਹਾਂ। ਇੱਥੇ ਇਸ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ, ਬਾਰ-ਬਾਰ ਇੱਥੇ ਦਾ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਕਿ ਰੋਡਸ, ਟਨਲਸ, ਬ੍ਰਿਜਸ, ਇਨ ਚੀਜ਼ਾਂ ਦੇ ਵਿੱਚ ਸਾਨੂੰ ਇਨਵੈਸਟਮੈਂਟ ਕਰਨ ਦੀ ਲੋੜ ਹੈਗੀ। ਇੱਥੇ ਫਿਰ ਵੀ ਕਿੰਨੀ ਵਧੀਆ ਸਹੂਲਤਾਂ ਹੈਗੀ। ਜਦੋਂ ਤੁਸੀਂ ਸੜਕ ਤੇ ਡਰਾਈਵ ਕਰਦੇ ਹੋ ਤੁਹਾਨੂੰ ਇਹ ਤਾਂ ਨਹੀਂ ਡਰ ਲੱਗਦਾ ਕਿ ਇੱਥੇ ਖੱਡਾ ਉੱਥੇ ਖੱਡਾ। ਯੈਸ, ਕਈ ਸ਼ਹਿਰਾਂ ਦੇ ਵਿੱਚ ਇਹ ਕਾਫੀ ਤੁਸੀਂ ਕਹਿ ਲਓ ਸਿਚੁਏਸ਼ਨ ਮਾੜੀ ਹੋਈ ਹੈ, ਬਟ ਉਹ ਤਾਂ ਹਾਲ ਨਹੀਂ ਹੈ ਕਿ ਤੁਹਾਡੀ ਟਾਇਰ ਹੀ ਖਰਾਬ ਹੋ ਜਾਂਦਾ, ਤੁਹਾਡੀ ਗੱਡੀ ਖਰਾਬ ਹੋ ਜਾਂਦੀ ਹੈ ਡਰਾਈਵ ਕਰਦੇ। ਬਟ ਪੰਜਾਬ ਦੇ ਵਿੱਚ ਕਿੰਨੀ ਚਿਰ ਤੋਂ ਇਹ ਚੀਜ਼ ਚੱਲ ਰਹੀ ਹੈ, ਬਟ ਇੱਦਾਂ ਹੀ ਕਿਉਂ ਹੁੰਦਾ ਹੈ ਕਿ ਜਦੋਂ ਇਲੈਕਸ਼ਨ ਟਾਈਮ ਆਉਂਦਾ ਤਦ ਹੀ ਸੜਕਾਂ ਨੂੰ ਫਿਕਸ ਕੀਤਾ ਜਾਂਦਾ ਹੈ। ਲੋਕੀ ਹੁਣ ਸੜਕਾਂ ਨੂੰ ਬਾਕੀ ਟਾਈਮ ਨਹੀਂ ਯੂਜ਼ ਕਰਦੇ, 5 ਸਾਲਾਂ ਦੇ ਵਿੱਚ ਕਦੀ ਉਹ ਸੜਕਾਂ ਨਹੀਂ ਯੂਜ਼ ਹੁੰਦੀ, ਸਿਰਫ ਇਲੈਕਸ਼ਨ ਦੇ ਟਾਈਮ ਯੂਜ਼ ਹੁੰਦੀਆਂ। ਮੈਨੂੰ ਤਾਂ ਨਹੀਂ ਲੱਗਦਾ। ਸੋ ਇਨਫਰਾਸਟ੍ਰਕਚਰ ਨੂੰ ਲੈ ਕੇ ਸਿਰਫ ਅੱਜ ਹੀ ਕਿਉਂ ਸੁਣਨ ਨੂੰ ਮਿਲ ਰਿਹਾ, ਸਿਰਫ ਹੁਣੇ ਕਿਉਂ ਗੱਲ ਹੋ ਰਹੀ ਹੈ, ਵਾਅਦੇ ਹੁਣ ਕਿਉਂ ਹੋ ਰਹੇ, ਇਹਦੇ ਉੱਤੇ ਕੰਕਰੀਟ ਪਲਾਨ ਕਿੱਥੇ ਹੈਗਾ ਜੋ ਸਾਨੂੰ ਕਿਸੇ ਨਾ ਕਿਸੇ ਹੱਦ ਤੱਕ ਦੱਸ ਸਕਦਾ ਹੈ ਕਿ ਜੋ ਲੌਂਗ ਟਰਮ ਗੋਲ ਹੈਗਾ ਰੋਡਸ ਨੂੰ ਇੰਪਰੂਵ ਕਰਨ ਦਾ, ਬਿਲਡਿੰਗਸ ਨੂੰ ਇੰਪਰੂਵ ਕਰਨ ਦਾ, ਜਿੱਥੇ ਲੋਕੀ ਰਹਿ ਰਹੇ ਉੱਥੇ ਬਿਜਲੀ ਨੂੰ ਇੰਪਰੂਵ ਕਰਨ ਦਾ, ਐਕਸੈਸ ਟੂ ਬੇਸਿਕ ਥਿੰਗਸ ਲਾਈਕ ਇੰਟਰਨੈਟ ਐਂਡ ਰਨਿੰਗ ਵਾਟਰ, ਇਨ ਚੀਜ਼ਾਂ ਦੀ ਤੁਸੀਂ ਕਹਿ ਲਓ ਸਹੂਲਤਾਂ ਪ੍ਰੋਵਾਈਡ ਕਰਨ ਦਾ ਲੌਂਗ ਟਰਮ ਕੀ ਪਲਾਨ ਹੈ? ਨਥਿੰਗ। ਸੋ ਵਨਸ ਅਗੇਨ ਵੱਡੇ ਇਸ਼ੂਜ਼ ਕਾਫੀ ਹੈਗੇ ਇਸ ਵੇਲੇ ਪੰਜਾਬ ਦੇ ਵਿੱਚ, ਲੇਕਿਨ ਪਾਰਟੀਜ਼ ਵੱਲੋਂ ਤੇ ਬਾਕੀ ਜੋ ਨਿਊਜ਼ ਮੀਡੀਆ ਹੈਗੀ ਉਹਨਾਂ ਦੇ ਵੱਲੋਂ ਇਹੀ ਰਿਪੋਰਟਿੰਗ ਸੁਣਨ ਨੂੰ ਮਿਲਦੀ ਹੈ ਕਿ ਜੀ ਕਾਂਗਰਸ ਪਾਰਟੀ ਰਿਲੀਜਨ ਉੱਤੇ ਫਿਰ ਵੰਡ ਰਹੀ ਹੈ ਲੋਕਾਂ ਨੂੰ, ਉਹਨਾਂ ਨੇ ਸਿੱਖ CM ਚਿਹਰਾ ਨਹੀਂ ਚੁਣਿਆ ਜਾਂ ਦੂਜੇ ਨੂੰ ਰਿਜੈਕਟ ਕਰਤਾ, ਜਾਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਲੈ ਕੇ ਗੱਲ ਕਰ ਰਿਹਾ ਹੈ ਆਪ ਦੇ ਦਿੱਲੀ ਮਾਡਲ ਨੂੰ ਕੰਟਰੈਕਟ ਕਰਨ ਲਈ। ਸਾਨੂੰ ਕਿਤੇ ਨਾ ਕਿਤੇ ਇੱਕ ਲਾਈਨ ਡਰਾ ਕਰਨੀ ਚਾਹੀਦੀ ਹੈ ਕਿ ਇਹ ਫालतू ਦੀ ਗੱਲਾਂ ਹੈਗੀਆਂ, ਇਹ ਖਬਰ ਨਹੀਂ ਆ, ਇਹਦੇ ਵਿੱਚ ਕੋਈ ਅਸੀਂ ਕਹਿ ਸਕਦੇ ਹਾਂ ਪੋਜ਼ਿਟਿਵ ਚੇਂਜ ਦੀ ਅਸੀਂ ਡਿਸਕਸ਼ਨ ਨਹੀਂ ਕਰ ਰਹੇ। ਇਹ ਤਾਂ ਜਿੱਦਾਂ ਆਵਾਜ਼ ਕਰ ਰਹੇ ਹਾਂ, ਬਸ ਆਵਾਜ਼ ਬਣਾ ਰਹੇ ਹਾਂ, ਇਹਦੇ ਵਿੱਚ ਕੋਈ ਐਕਚੁਅਲ ਪੋਜ਼ਿਟਿਵ ਇੰਪੈਕਟ ਜਾਂ ਜੋ ਅਸੀਂ ਐਕਸਪੈਕਟੇਸ਼ਨ ਰੱਖਦੇ ਹਾਂ ਉਹਨਾਂ ਤੋਂ, ਜਿਨ੍ਹਾਂ ਨੂੰ ਅਸੀਂ ਇੱਕ ਵੱਡੇ ਅਹੁਦੇ 'ਤੇ ਚੁਣ ਕੇ ਰੱਖਦੇ ਹਾਂ, ਉਹਨਾਂ ਤੋਂ ਉਹ ਐਕਸਪੈਕਟੇਸ਼ਨ ਨਹੀਂ ਮੀਟ ਹੋ ਰਹੀ। ਅਗਰ ਉਹ ਗੱਲਾਂ ਦੇ ਵਿੱਚ ਐਕਸਪੈਕਟੇਸ਼ਨ ਨਹੀਂ ਮੀਟ ਕਰ ਸਕਦੇ ਤੇ ਕੰਮ ਦੇ ਟਾਈਮ ਜਦੋਂ ਆਊਗਾ ਤਦ ਉਹ ਕੀ ਕਰਨਗੇ? ਇਹੀ ਸਵਾਲ ਤੇ ਇਹੀ ਟੌਪਿਕਸ ਅੱਜ ਮੈਂ ਤੁਹਾਡੇ ਨਾਲ ਵੀ ਡਿਸਕਸ ਕਰਨਾ ਚਾਹੁੰਦੀ ਹਾਂ। ਸਾਨੂੰ ਗੈਸਟ ਵੀ ਜੁਆਇਨ ਕਰ ਰਹੇ ਹੈ ਵੱਖ-ਵੱਖ ਪਾਰਟੀਜ਼ ਦੇ ਬ੍ਰੇਕਡਾਊਨ ਤੇ ਅਪਡੇਟਸ ਦੇਣ ਲਈ। ਲਾਈਕ ਆਈ ਸੈਡ, ਕੁਝ ਹਫ਼ਤੇ ਹੀ ਰਹਿ ਗਏ ਹੁਣ ਇਨ ਇਲੈਕਸ਼ਨਸ ਤੱਕ, ਤੇ ਲਗਾਤਾਰ ਇਸੇ ਤਰ੍ਹਾਂ ਤੁਹਾਡੇ ਨਾਲ ਕਵਰੇਜ ਵੀ ਸ਼ੇਅਰ ਕਰਦੇ ਰਹਾਂਗੇ ਤੇ ਤੁਹਾਡੇ ਵੀ ਵਿਚਾਰ ਲੈਂਦੇ ਰਹਾਂਗੇ। ਅੱਜ ਲਾਈਵ ਤੁਹਾਡੇ ਨਾਲ ਪੇਸ਼ ਹੋਏ, ਜਰੂਰ ਸਾਨੂੰ ਕਾਲ ਕਰਕੇ ਆਪਦੇ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ ਇਸ ਮੁੱਦੇ ਉੱਤੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੈਸਟ ਸਾਡੇ ਨਾਲ ਜੁੜੇ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ। ਤੁਹਾਡੇ ਨਾਲ ਅੱਜ ਇਹ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ, ਪੰਜਾਬ ਇਲੈਕਸ਼ਨਸ ਦੀ ਵੱਖ-ਵੱਖ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਤੁਹਾਡੇ ਮੈਂ ਅੱਜ ਵਿਚਾਰ ਸੁਣਨਾ ਚਾਹੁੰਦੀ ਹਾਂ। ਜ਼ਰੂਰ ਤੁਸੀਂ ਵੀ ਕਾਲ ਕਰਕੇ ਆਪਦੇ ਕੁਐਸਚਨਸ ਤੇ ਕਮੈਂਟਸ ਡਿਸਕਸ ਕਰ ਸਕਦੇ ਹੋ, ਸਾਡੇ ਨਾਲ ਸਾਰਿਆਂ ਅੱਗੇ ਰੱਖ ਸਕਦੇ ਹੋ। ਵਨਸ ਅਗੇਨ ਜਦੋਂ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨਸ ਦੀ ਗੱਲ ਕਰਦੇ ਹਾਂ, ਪੋਲੀਟਿਕਸ ਦੀ ਗੱਲ ਕਰਦੇ ਹਾਂ, ਜਾਂ ਜੋ ਅਸਲੀ ਮੁੱਦੇ ਹਨ ਜਿਨ੍ਹਾਂ ਉੱਤੇ ਸਾਨੂੰ ਕਿੰਨੀ ਡੈਸਪਰੇਟਲੀ ਐਕਸ਼ਨ ਦੀ ਲੋੜ ਹੈਗੀ, ਆਮ ਜਨਤਾ ਤੋਂ ਇਹਨਾਂ ਦੇ ਬਾਰੇ ਸੁਣਨ ਨੂੰ ਮਿਲਦਾ ਹੈ। ਤੁਸੀਂ ਕਹਿ ਲਓ ਮੀਡੀਆ ਤੋਂ ਵੀ ਸੁਣਨ ਨੂੰ ਮਿਲਦਾ ਹੈ, ਸਾਡੇ ਵਰਗੇ ਚੈਨਲਾਂ ਤੇ ਜੋ ਬਾਹਰਲੇ ਵਸਦੇ ਮੁਲਕਾਂ ਦੇ ਵਿੱਚ NRIs ਹਨ ਉਹਨਾਂ ਤੇ ਬਹੁਤ ਜ਼ਿਆਦਾ ਸੁਣਨ ਨੂੰ ਮਿਲਦਾ ਹੈ। ਬਟ ਫॉर ਸਮ ਰੀਜ਼ਨ ਜੋ ਪੋਲੀਟੀਕਲ ਲੀਡਰਸ ਹਨ, ਜੋ ਪੋਲੀਟੀਸ਼ੀਅਨਸ ਹਨ, ਜੋ ਉਨ ਅਹੁਦਿਆਂ ਤੇ ਉਨ ਕੁਰਸੀਆਂ ਤੇ ਬੈਠੇ ਹੋਏ ਐਕਸ਼ਨ ਮੇਕਰਸ ਹਨ, ਲਾਅ ਮੇਕਰਸ ਹਨ,
ਉਹਨਾਂ ਤੋਂ ਸੁਣਨ ਨੂੰ ਨਹੀਂ ਮਿਲਦਾ। ਬਟ ਆਫ ਕੋਰਸ ਇਲੈਕਸ਼ਨਸ ਤਾਂ ਆ ਹੀ ਰਹੇ, ਸੋ ਇਨ ਚੀਜ਼ਾਂ ਬਾਰੇ ਵਾਅਦੇ ਹੋਰ ਥੋੜ੍ਹੇ ਜ਼ਿਆਦਾ ਇਸ ਵੇਲੇ ਕੀਤੇ ਜਾ ਰਹੇ ਆ, ਬਟ ਐਕਸ਼ਨ ਪਲਾਨ ਹਲੇ ਵੀ ਕਿਤੇ ਨਾ ਕਿਤੇ ਸਾਨੂੰ ਨਹੀਂ ਦੇਖਣ ਨੂੰ ਮਿਲ ਰਹੇ। ਇਨ ਚੀਜ਼ਾਂ 'ਤੇ ਡਿਸਕਸ਼ਨ ਕਰਨ ਲਈ ਤੇ ਅੱਜ ਇੱਕ ਜਨਰਲ ਅਪਡੇਟ ਕਿ ਕੀ ਸਥਿਤੀ ਇਸ ਵੇਲੇ ਇਸ ਇਲੈਕਸ਼ਨ ਦੀ ਤੇ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਜ਼ ਦੀ ਬਣੀ ਹੋਈ ਹੈ, ਉਹਨਾਂ ਦੇ ਬਾਰੇ ਡਿਸਕਸ਼ਨ ਕਰਨ ਲਈ ਸਾਨੂੰ ਜੁਆਇਨ ਕਰ ਰਿਹਾ ਹੈ ਸਾਡੇ frequent contributor, guest, political analyst, but most importantly Sikh human rights activist, Utah ਤੋਂ ਸੌਲਟ ਲੇਕ ਸਿਟੀ ਤੋਂ ਲਾਗੇ ਮਨਮੋਹਨ ਸਿੰਘ ਗਰੇਵਾਲ ਜੀ। ਸਭ ਤੋਂ ਪਹਿਲੇ ਗਰੇਵਾਲ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਥੈਂਕ ਯੂ, ਮੈਨੂੰ ਹਮੇਸ਼ਾ ਹੀ ਮਾਣ ਬਖਸ਼ਦੇ ਹੋ ਇੱਥੇ ਬੁਲਾ ਕੇ ਤੇ ਆਡੀਅנס ਦੇ ਨਾਲ ਤੇ ਸਭ ਦੇ ਨਾਲ ਗੱਲਾਂ ਕਰਨ ਦਾ ਮੌਕਾ ਦਿੰਦੇ ਹੋ। ਜੀ ਮਨਮੋਹਨ ਜੀ, ਇਟਸ ਸੋ ਗੁੱਡ ਟੂ ਹੈਵ ਯੂ। ਯੂ ਨੋ ਰੀਸੈਂਟਲੀ ਜੋ ਤੁਸੀਂ ਲਾਸਟ ਟਾਈਮ ਸਾਡੇ ਨਾਲ ਜੁੜੇ ਸੀ, ਅਸੀਂ ਥੋੜ੍ਹੇ ਜਿਹੇ ਉਨ ਹਿਊਮਨ ਰਾਈਟਸ ਉਨ ਇਸ਼ੂਜ਼ ਦੀ ਗੱਲ ਕਰ ਰਹੇ ਸੀ ਜੋ ਸਿੱਖਾਂ ਨੂੰ ਫੇਸ ਕਰਨੇ ਪੈਂਦੇ ਆ, ਭਾਵੇਂ ਉਹ ਇੰਡੀਆ ਜਾਣ ਦੀ ਗੱਲ ਹੋਏ, ਕਿਸਾਨਾਂ ਦੀ ਮੋਰਚੇ ਦੀ ਸਪੋਰਟ ਦੀ ਗੱਲ ਹੋਏ, ਦਰਸ਼ਨ ਸਿੰਘ ਧਾਲੀਵਾਲ ਦਾ ਜੋ ਮੁੱਦਾ ਜਦੋਂ ਰੀਸੈਂਟਲੀ ਉੱਠਿਆ ਸੀ, ਜਦੋਂ ਉਹਨਾਂ ਨੂੰ ਇੰਡੀਆ ਵਿੱਚ ਐਂਟਰੀ ਡਿਨਾਈ ਕੀਤੀ ਸੀ, ਤੁਸੀਂ ਵੀ ਸਾਡੇ ਨਾਲ ਜੁੜੇ ਸੀ ਇਸ ਮੁੱਦੇ ਉੱਤੇ। ਸੋ ਆਮ ਗਲੈਡ ਕਿ ਅੱਜ ਜਦੋਂ ਅਸੀਂ ਮੋਰਚੇ ਦੇ ਵਿੱਚ ਭਾਵੇਂ ਫਤਿਹ ਪ੍ਰਾਪਤ ਕਰਕੇ ਗੱਲ ਕਰ ਰਹੇ ਹਾਂ, ਲੱਗਦਾ ਹੈ ਕਿ ਹਲੇ ਵੀ ਉਹ ਫਤਿਹ ਪੰਜਾਬ ਤੱਕ ਨਹੀਂ ਪਹੁੰਚੀ, ਕਿ ਜੋ ਇਸ਼ੂਜ਼ ਹੈਗੇ ਤੇ ਖਾਸ ਕਰਕੇ ਪਿਛਲੇ ਕਿੰਨੇ ਸਾਲਾਂ ਤੋਂ ਚੱਲਦੇ ਆ ਰਹੇ, ਖਾਸ ਕਰਕੇ ਕਿਸਾਨੀ ਦੇ ਵਿੱਚ ਵੀ ਉਹ ਇਸ਼ੂਜ਼ ਹਲੇ ਵੀ ਉੱਥੇ ਦੇ ਉੱਥੇ ਹੀ ਹੈ। ਮਨਮੋਹਨ ਜੀ, ਲੈਟਸ kick it off with some of the analysis ਜੋ ਤੁਸੀਂ ਕਰਦੇ ਆ ਰਹੇ ਹੋ। ਆਫ ਕੋਰਸ ਤੁਸੀਂ 40 ਤੋਂ ਵੱਧ ਸਾਲਾਂ ਤੋਂ ਇੱਥੇ ਰਹਿ ਰਹੇ ਹੋ, ਵਸਦੇ ਹੋ ਅਮਰੀਕਾ ਦੇ ਵਿੱਚ, ਬਟ ਤੁਹਾਡਾ ਜੋ ਲਗਾਵ ਹੈਗਾ ਪੰਜਾਬ ਦੇ ਨਾਲ ਤੇ ਪੰਜਾਬ ਦੀ ਵੱਖ-ਵੱਖ ਅਪਡੇਟਸ ਡਿਵੈਲਪਮੈਂਟਸ ਦੇ ਨਾਲ ਉਹ ਲਗਾਤਾਰ ਰਿਹਾ ਹੈ। ਯੂ ਆਰ ਐਨ ਐਵਿਡ ਕੰਜ਼ਿਊਮਰ ਆਫ ਦ ਨਿਊਜ਼ ਐਂਡ ਇਸ ਇਲੈਕਸ਼ਨ ਨੂੰ ਖਾਸ ਕਰਕੇ ਤੁਸੀਂ ਕਾਫੀ ਕਲੋਜ਼ਲੀ ਫੋਲੋ ਕਰ ਰਹੇ ਹੋ, ਇਨਫੋਰਮੇਸ਼ਨ ਨੂੰ ਤੁਸੀਂ ਡਿਸੈਮੀਨੇਟ ਕਰ ਰਹੇ ਹੋ। ਓਵਰਆਲ ਤੁਸੀਂ ਕੀ ਇਸ ਵੇਲੇ ਜੋ ਪ੍ਰੋਜੈਕਸ਼ਨਸ ਹੈਗੀਆਂ ਇਸ ਇਲੈਕਸ਼ਨ ਦੇ ਵਿੱਚ ਇਨ ਪਾਰਟੀਜ਼ ਦੇ ਵਿੱਚ ਵਿਚਾਲੇ, ਕੀ ਤੁਹਾਡੀ ਪ੍ਰੋਜੈਕਸ਼ਨਸ ਹੈਗੀਆਂ ਕਮ February 20th? ਅਸ਼ਮਿਤਾ, ਪੰਜਾਬ ਵਿੱਚ ਇਸ ਵੇਲੇ ਪੋਲੀਟੀਕਲ ਸਰਕਸ ਚੱਲ ਰਹੀ ਹੈ। ਇਲੈਕਸ਼ਨਸ ਨਹੀਂ ਹੋ ਰਹੀਆਂ, ਕਈ ਦਿਨ ਮਿਊਜ਼ੀਕਲ ਚੇਅਰ ਹੁੰਦੀ ਹੈ, ਕਈ ਦਿਨ ਸ਼ਾਊਟਿੰਗ ਮੈਚ ਹੁੰਦੇ ਨੇ, ਕਈ ਦਿਨ ਐਲੀਗੇਸ਼ਨਸ ਲੱਗਣ ਦੇ ਤੇ ਇੱਕ ਦੂਸਰੇ ਨਾਲ ਵਿੰਡਿਕਟਿਵ ਪੋਲਿਟਿਕਸ ਚੱਲਦੀ ਹੈ। ਇਸ਼ੂਜ਼ ਨੂੰ ਤਾਂ ਸਿਰਫ ਜਦੋਂ ਮੀਡੀਆ ਦੇ ਮੂਹਰੇ ਇੰਟਰਵਿਊ ਤੇ ਆਉਂਦੇ ਨੇ ਤਾਂ ਉਦੋਂ ਲੀਡਰਸ ਮੌਕੇ ਦੀ ਮੌਕੇ ਕੋਲੋਂ ਘੜ ਕੇ ਇਸ਼ੂਜ਼ ਦੱਸਦੇ ਨੇ ਲੋਕਾਂ ਨੂੰ ਕਿ ਆਹ ਇਸ਼ੂ ਹੈ ਜੀ, ਆਹ ਇਸ਼ੂ ਹੈ ਜਿਹੜਾ ਲੋਕ ਸੁਣਨਾ ਚਾਹੁੰਦੇ ਨੇ। ਤੇ ਉਹਨਾਂ ਨੇ ਤਿੰਨ ਤਰ੍ਹਾਂ ਦੀਆਂ ਪਾਰਟੀਆਂ ਪਹਿਲਾਂ ਪਾਵਰ 'ਚ ਰਹੀਆਂ, ਬੀਜੇਪੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਮੇਨਲੀ ਇਹ ਤਿੰਨ ਪਾਰਟੀਆਂ ਰਹੀਆਂ ਨੇ ਪਾਵਰ 'ਚ ਪੰਜਾਬ 'ਚ। ਇਹਨਾਂ ਤਿੰਨਾਂ ਨੇ 20-25 ਸਾਲ 40 ਸਾਲ ਦੇ ਵਿੱਚ ਇਹਨਾਂ ਨੇ ਆਪੋ ਆਪਣੇ ਜਲਵੇ ਪੰਜਾਬੀਆਂ ਨੂੰ, ਵੋਟਰਾਂ ਨੂੰ ਦਿਖਾਏ ਨੇ। ਜਿਹੜਾ ਹੁਣ ਦਾ ਮੂਡ ਹੈ ਉਹਦੇ ਮੂਡ 'ਚ ਇਹ ਹੈ ਕਿ ਕਿਸਾਨੀ ਮੁੱਦਿਆਂ ਤੋਂ ਬਾਅਦ ਕਿਸਾਨਾਂ ਦੀ, ਮਜ਼ਦੂਰਾਂ ਦੀ ਤੇ ਪੰਜਾਬੀਆਂ ਦੀ ਲੀਡਰਸ਼ਿਪ ਤੇ ਉਹਨਾਂ ਸਾਰਿਆਂ ਦੀ ਮਿਹਨਤ ਨਾਲ ਉਹ ਵਿਕਟਰੀ ਤਾਂ ਹਾਸਲ ਹੋ ਗਈ। ਤੁਸੀਂ ਕਿਹਾ ਹੋਊ ਜੇ ਪੰਜਾਬ ਨਹੀਂ ਪਹੁੰਚੀ, ਕਿਉਂਕਿ ਵਾਅਦੇ ਹਾਲੇ ਵੀ ਅਧੂਰੇ ਨੇ, ਉਹ ਵਾਅਦੇ ਹੀ ਸੀਗੇ। ਵਾਅਦੇ ਬੜੀ ਵਾਰ ਪੰਜਾਬ ਨਾਲ ਹੋਏ ਨੇ ਤੇ ਜਿਹੜਾ ਹੁਣ ਸਿੱਟਾ ਨਿਕਲਣ ਲੱਗਿਆ ਉਹ ਇਹ ਹੈ ਕਿ ਲੋਕ ਕਹਿੰਦੇ ਯਾਰ ਅਸੀਂ ਸਾਰਿਆਂ ਨੂੰ ਦੇਖ ਲਿਆ, ਸ਼ਾਇਦ ਹੁਣ ਅਸੀਂ ਲਿਆਓ ਚੇਂਜ ਲਿਆ ਕੇ ਦੇਖੀਏ ਤੇ ਦੇਖੀਏ ਮੂਡ ਕਿੱਧਰ ਨੂੰ ਜਾ ਰਿਹਾ ਸਾਰਿਆਂ ਦਾ। ਡੇਲੀ ਉਹਦੇ 'ਚ ਕੋਈ ਨਾ ਕੋਈ ਡਿਵੈਲਪਮੈਂਟਸ ਹੁੰਦੀਆਂ ਨੇ। ਕੁਛ ਪੋਲੀਟੀਕਲ ਲੀਡਰ ਆਪਸ 'ਚ ਚਿੱਕੜ ਸਿੱਟਣ ਤੇ ਬਿਜ਼ੀ ਨੇ ਤੇ ਕੁਛ ਟਿਕਟਾਂ ਲੈਣ 'ਚ ਬਿਜ਼ੀ ਨੇ। ਕੁਛ ਪਰਿਵਾਰਾਂ 'ਚ ਤੁਸੀਂ ਪੰਜਾਬੀ ਕਾਫੀ ਚੰਗੀ ਤਰ੍ਹਾਂ ਸਮਝਦੇ ਹੋ, ਬਾਂਦਰਾਂ ਦੇ ਵਿੱਚ ਭੇਲੀ। ਆਈ ਮੀਨ ਟਿਕਟਾਂ ਦੀ ਡਿਸਟਰੀਬਿਊਸ਼ਨ ਦੇ ਲਈ ਉਹ ਜਿਹੜੇ ਘਰਾਣਾ ਪਰਿਵਾਰ ਨੇ ਉਹਨਾਂ ਨੇ ਆਪਦੇ ਸਾਰੇ ਐਥਿਕਸ ਭੁਲਾਤੇ। ਉਹਨਾਂ ਨੇ 45 46 ਸਾਲ ਦੀਆਂ ਜੋ ਉਹਨਾਂ ਨੇ ਆਪੋ ਆਪਣੀਆਂ ਪਾਰਟੀਆਂ 'ਚ ਕੰਮ ਕੀਤਾ ਉਹ ਭੁਲਾਤਾ। ਇਹ ਸਾਰੀਆਂ ਚੀਜ਼ਾਂ ਇੱਕੋ ਹੀ ਗੱਲ ਸਿੱਧ ਕਰਦੀਆਂ ਨੇ ਕਿ ਪੰਜਾਬ ਦੀ ਸੇਵਾ ਦੇ ਇਹ ਜਜ਼ਬੇ ਨਹੀਂ, ਇਹ ਤਾਂ ਸਿਰਫ ਫੈਮਿਲੀ ਪੋਲਿਟਿਕਸ ਨੂੰ ਲੋਟਰੀ ਦਾ ਟਿਕਟ ਦਿਵਾਉਣ ਲਈ ਨੇ। ਜੀ ਇਟਸ ਯੂ ਨੋ ਇਹਦੇ ਇੱਥੇ ਅਸੀਂ
ਇੱਕ ਲਫ਼ਜ਼ ਕਾਫੀ ਵਰਤਦੇ ਆ ਅੰਗਰੇਜ਼ੀ ਦੇ ਵਿੱਚ ਐਂਡ ਇਸ ਚੀਜ਼ ਨੂੰ ਕਾਫੀ ਮਾੜੀ ਨਜ਼ਰ ਨਾਲ ਵੇਖਿਆ ਜਾਂਦਾ ਜਦੋਂ ਇਹ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ, ਨੈਪੋਟਿਜ਼ਮ, ਰਾਈਟ? ਕਿ ਤੁਸੀਂ ਆਪਦੇ ਕਿਸੇ ਪਰਿਵਾਰ ਨੂੰ, ਰਿਸ਼ਤੇਦਾਰ ਨੂੰ, ਦੋਸਤ ਨੂੰ, ਕਿਸੇ ਕਰੀਬੀ ਦੇ ਕੰਟੈਕਟ ਨੂੰ ਬਿਨਾਂ ਮੈਰਿਟ ਦੇ ਕੋਈ ਵੀ ਪੋਲੀਟੀਕਲ ਅਪੁਆਇੰਟਮੈਂਟ, ਜੌਬ ਅਪੁਆਇੰਟਮੈਂਟ ਕੁਛ ਵੀ ਦੇ ਰਹੇ ਹੋ, ਯੂ ਨੋ ਨੈਪੋਟਿਜ਼ਮ ਉਹ ਵਰਡ ਵਰਤਿਆ ਜਾਂਦਾ ਹੈ ਕਾਫੀ। ਇਟਸ ਅ ਪ੍ਰੀਟੀ ਨੈਗੇਟਿਵ ਟਰਮ, ਬਟ ਪੰਜਾਬ ਦੇ ਵਿੱਚ ਤਾਂ ਇਹਨੂੰ ਖੁੱਲ੍ਹੀ ਤਰ੍ਹਾਂ ਇਸਤੇਮਾਲ ਕਰੇ। ਇਟਸ ਲਾਈਕ ਨੈਪੋਟਿਜ਼ਮ ਉਹਨਾਂ ਨੂੰ ਲੱਗਦਾ ਪਤਾ ਨਹੀਂ ਕਿੰਨੀ ਚੰਗੀ ਚੀਜ਼ ਹੈ ਕਿ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਇਟਸ ਰੀਅਲੀ ਅ ਡਿਸਗ੍ਰੇਸ। ਅਗਰ ਅਸੀਂ ਗੱਲ ਕਰੀਏ ਇਨ ਪਾਰਟੀਜ਼ ਦੀ, ਰਾਈਟ? ਸੋ ਤੁਸੀਂ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਇੱਥੇ ਮਨਮੋਹਨ ਜੀ ਕਿ ਪੰਜਾਬ ਦੇ ਵਿੱਚ ਜੋ ਅਸੀਂ ਕਹਿ ਸਕਦੇ ਹਾਂ ਲੈਗੇਸੀ ਪਾਰਟੀਜ਼ ਸੀਗੀਆਂ, ਹੈ ਨਾ, ਇੰਨੀ ਦੇਰ ਤੋਂ ਉਹਨਾਂ ਦੀ ਜੋ ਅਸੀਂ ਕਹਿ ਸਕਦੇ ਹਾਂ ਪੈਰ ਜੰਮੇ ਹੋਏ ਸੀ, ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਖਤਰਾ ਹੈ। ਇਨਫੈਕਟ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਆਪਣੇ ਕੁਝ ਪ੍ਰੋਜੈਕਸ਼ਨਸ ਵੀ ਇਹ ਕਹਿੰਦੇ ਆ ਅਤੇ ਸਾਡੇ ਵੀ ਪ੍ਰੋਜੈਕਸ਼ਨਸ ਸਿਮਿਲਰ ਨੰਬਰਸ ਵੇਖਦੇ। ਇਨਫੈਕਟ ਕਾਫੀ ਨਿਊਜ਼ ਮੀਡੀਆ ਇਹੀ ਤਰ੍ਹਾਂ ਦੇ ਨੰਬਰਸ ਰਿਪੋਰਟ ਕਰ ਰਿਹਾ ਕਿ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਦੇ ਵਿੱਚ ਮੈਜੋਰਿਟੀ ਮੋਸਟ ਲਾਈਕਲੀ ਲੈ ਕੇ ਜਾਊਗੀ, ਕਿ ਆਮ ਆਦਮੀ ਪਾਰਟੀ ਦੀ ਭਾਵੇਂ ਇੱਕ ਇੰਨੀ ਓਵਰਵੈਲਮਿੰਗ ਮੈਜੋਰਿਟੀ ਨਾ ਹੋਏ ਜਿਸ ਤਰ੍ਹਾਂ 17 ਦੇ ਵਿੱਚ ਕਾਂਗਰਸ ਨੂੰ ਮਿਲੀ ਸੀ, ਬਟ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲਣਗੀਆਂ, ਸਭ ਤੋਂ ਜ਼ਿਆਦਾ ਉਹਨਾਂ ਦੀ ਸੀਟਾਂ ਬਣਨਗੀਆਂ। ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ, ਕੀ ਕਾਰਨ ਹੈਗਾ ਇਨ ਪ੍ਰੋਜੈਕਸ਼ਨਸ ਦਾ? ਅਸ਼ਮਿਤਾ, ਇੱਕ ਅੰਗਰੇਜ਼ੀ ਦੀ ਕਹਾਵਤ ਹੈਗੀ, ਕੋਟ ਹੈ ਹੈਨਰੀ ਫੋਰਡ ਦੀ, if you always do what you have always done, you will always get what you have always got. ਜੀ। ਪਿਛਲੇ ਜਦੋਂ ਦੀ ਆਜ਼ਾਦੀ ਮਿਲੀ ਹੈ, ਪੰਜਾਬੀ ਵੋਟਰਾਂ ਨੇ ਪਾਰਟੀਆਂ ਤੇ ਵਿਸ਼ਵਾਸ ਕਰਕੇ ਹਰ ਇੱਕ ਵਾਰ ਉਹੀ ਕੁਛ ਫੇਰ ਲੈਂਦੇ ਰਹੇ। ਤੁਸੀਂ ਦੇਖੋ ਇਸ ਸਰਕਸ ਦੇ ਵਿੱਚ ਕਿੰਨੀ ਅਦਲਾ ਬਦਲੀ ਹੋ ਰਹੀ ਹੈ। ਪੋਲੀਟੀਕਲ ਪਾਰਟੀਜ਼ ਦਾ ਜਿਹੜੀ ਘਿਓ ਖਿਚੜੀ ਆ ਆਪਸ 'ਚ ਤਾਲਮੇਲ ਆ, ਤੇ ਇੱਕ ਪਾਸਿਓਂ ਦੂਸਰੇ ਪਾਸੇ ਉਹ ਇੱਦਾਂ ਟਰੇਡ ਹੋ ਰਹੇ ਨੇ ਕਿ ਸਾਰੇ ਐਥਿਕਸ ਪਾਰਟੀ ਵੀ ਭੁੱਲ ਗਈ, ਸਾਰੇ ਐਥਿਕਸ ਕੈਂਡੀਡੇਟਸ ਵੀ ਭੁੱਲ ਗਏ। ਉਹਦਾ ਰਿਜ਼ਲਟ ਕੀ ਹੋ ਰਿਹਾ ਕਿ ਅਸਲ ਵਿੱਚ ਤਾਂ ਉਹੀ ਬੋਟਲਸ ਆ ਰਹੀਆਂ ਨੇ ਸੇਮ। ਸੋ ਉਹਦੇ ਲਈ ਕੀ ਕਰਨਾ ਪਊਗਾ? ਪੰਜਾਬੀ ਵੋਟਰਾਂ ਨੂੰ ਫੋਕਸ ਕਰਨਾ ਪੈਣਾ ਕਿ ਅਸੀਂ ਕਿਹੜੇ ਕੈਂਡੀਡੇਟਸ ਚੁਣ। ਸਾਰੀਆਂ ਪਾਰਟੀਆਂ 'ਚ ਸਾਰੇ ਕੈਂਡੀਡੇਟਸ ਮਾੜੇ ਨਹੀਂ ਗੇ। ਸਰਦਾਰ ਸੁਰਜੀਤ ਸਿੰਘ ਰਖੜਾ ਨੇ ਪਟਿਆਲੇ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਰਿਸਪੈਕਟੇਬਲ ਫਿਗਰ ਨੇ। ਹੋਰਾਂ ਪਾਰਟੀਆਂ 'ਚ ਕਾਂਗਰਸ 'ਚ ਸੀਗੇ ਚੰਗੇ ਬੰਦੇ, ਓਨੈਸਟ ਬੰਦੇ ਸੀਗੇ। ਕੈਪਟਨ, ਤੁਸੀਂ ਸ਼ਾਇਦ ਤੁਹਾਨੂੰ 20-25 ਸਾਲ ਪੁਰਾਣੀ ਪੋਲੀਟਿਕਸ ਵੀ ਪਤਾ ਹੋਣਾ, ਕੈਪਟਨ ਕਮਲਜੀਤ ਸਿੰਘ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ। 30-40-35 ਸਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਰਿਸਪੈਕਟ ਸੀਗੀ। ਕਿਸੇ ਵੇਲੇ ਕੈਪਟਨ ਜਦੋਂ ਅਕਾਲੀ ਦਲ 'ਚੋਂ ਆਇਆ ਤਾਂ ਇਹਦੀ ਰਿਸਪੈਕਟ ਸੀਗੀ, ਸੁਰਜੀਤ ਸਿੰਘ ਬਰਨਾਲਾ ਦੀ ਸੀ। ਇਹ ਪੋਲੀਟੀਕਲ ਲੀਡਰਸ ਨੇ ਕੀ ਕੀਤਾ ਕਿ ਆਪਦੇ ਦੁਆਲੇ ਫੈਮਿਲੀ ਲੈਣ ਲਈ। ਜਦੋਂ ਦੇ ਸ਼੍ਰੋਮਣੀ ਅਕਾਲੀ ਦਲ 'ਚ ਬਾਦਲ ਪਰਿਵਾਰ ਦੇ ਜੀਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ, ਸ਼੍ਰੋਮਣੀ ਅਕਾਲੀ ਦਲ ਦਾ ਡਾਊਨਫਾਲ ਸ਼ੁਰੂ ਹੋ ਗਿਆ। ਐਰੋਗੈਂਸੀ ਆ ਗਈ। ਉਸ ਐਰੋਗੈਂਸੀ ਨੇ ਲੋਕਾਂ ਨੂੰ ਇੱਕ ਪਾਸੇ ਤਾਂ ਇਹਨਾਂ ਨਾਲ ਜੋੜਿਆ ਜਿਹੜੇ ਸਟੌਂਚ ਸੀਗੇ, ਪਰ ਐਵਰੇਜ ਬੰਦਾ ਬਹੁਤ ਦੁਖੀ ਹੋਇਆ। ਇਹਨਾਂ ਦੀ ਘਰਾਣਾ ਪੋਲੀਟਿਕਸ 'ਚ ਸਾਰੀਆਂ ਫੈਮਲੀਜ਼ ਦੀ, ਚਾਹੇ ਕਿਸੇ ਵੀ ਪਾਰਟੀ ਦੇ ਸੀਗੇ, ਉਹਨਾਂ ਦੀ ਨੈਟਵਰਥ ਵਧੀ ਜਾ ਰਹੀ ਹੈ। ਪੰਜਾਬ ਦਾ ਤਾਂ ਦਰਦੀ ਕੋਈ ਹੈ ਹੀ ਨਹੀਂ। ਸੋ ਹੁਣ ਜੇ ਬਦਲਾਅ ਦਾ ਮੌਕਾ ਆਇਆ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੇ ਕਿ ਬਦਲਾਅ ਦਾ ਮੌਕਾ ਤੇ ਬਿਲਕੁਲ ਆਮ ਆਦਮੀ ਪਾਰਟੀ ਮੈਜੋਰਟੀ ਲੈ ਜਾਊਗੀ ਤੇ ਇੰਨੀਆਂ ਸੀਟਾਂ ਲੈ ਜਾਣਗੇ। ਪਰ ਹੋਇਆ ਕੀ ਕਿ ਮੈਂ ਦੇਖੋ ਨੌਨ ਪੋਲੀਟੀਕਲ ਬੰਦਾ, ਮੈਂ ਕਿਸੇ ਪਾਰਟੀ ਦੀ ਸਾਈਡ ਨਹੀਂ ਲੈਣੀ ਚਾਹੁੰਦਾ। ਮੇਰੇ ਫਰੈਂਡ ਸਾਰੀਆਂ ਪਾਰਟੀਆਂ 'ਚ ਵੀ ਨੇ ਤੇ ਮੈਂ ਕ੍ਰਿਟਿਕ ਵੀ ਸਭ ਦਾ, ਐਂਡ ਆਈ ਐਮ ਵੈਰੀ ਬੋਲਡ ਅਬਾਊਟ ਇਟ। ਆਮ ਆਦਮੀ ਪਾਰਟੀ ਨੂੰ ਇਹ ਚਾਹੀਦਾ ਕਿ ਜਿਹੜਾ ਉਹਨਾਂ ਨੂੰ ਆਊਟਸਾਈਡਰ ਪਾਰਟੀ ਕਹਿ ਰਹੇ, ਦਿੱਲੀ ਦੀ ਪਾਰਟੀ ਕਹਿ ਰਹੇ ਆ, ਟੋਪੀਆਂ ਵਾਲਿਆਂ ਦੀ ਪਾਰਟੀ ਕਹਿ ਰਹੇ ਨੇ। 150-200 ਵਲੰਟੀਅਰ ਉਹਨਾਂ ਦੇ ਪੰਜਾਬ ਤੇ ਆਉਂਦੇ ਨੇ। ਪਿੰਡਾਂ ਵਾਲੇ ਜਿਹੜੀ ਪੋਲੀਟਿਕਸ ਆ, ਪਿੰਡਾਂ ਵਾਲੇ ਬੰਦੇ ਨੇ, ਉਹ ਚਾਹੁੰਦੇ ਨੇ ਕਿ ਜੇ ਸਾਡੇ ਨਾਲ ਗੱਲ ਕਰਨੀ ਆ 10-15-20 ਲੋਕਲ ਬੰਦੇ ਆਉਣ ਸਾਡੇ ਕੋਲ, ਜਿਨ੍ਹਾਂ ਨੂੰ ਅਸੀਂ ਜਾਣਦੇ ਪਛਾਣਦੇ ਆ। ਚਾਚਾ ਜੀ ਚਾਹ ਪੀਓ, ਤਾਇਆ ਜੀ ਚਾਹ ਪੀਓ, ਬੈਠੋ, ਆਓ ਆਪਾਂ ਹੁਣ ਗੱਲ ਕਰੀਏ ਵੀ ਆਪਣੇ ਆਹ ਪ੍ਰੋਬਲਮਸ ਨੇ, ਆਹ ਆਪਣੀ ਕਿਸਾਨੀ ਦੀ ਪ੍ਰੋਬਲਮ ਆ, ਆਹ ਆਪਣੀ ਐਜੂਕੇਸ਼ਨ ਦੀ, ਪਾਣੀ ਦੀ, ਹਸਪੀਟਲ ਦੀ, ਤੇ ਸੀਵਰ ਦੀ, ਸੈਪਟਿਕ ਦੀ, ਵੇਸਟੇਜ ਦੀ, ਤੇ ਗੱਲਾਂ ਕਰੀਏ ਉਹਨਾਂ ਤੇ।
that's a way to convert these people. Social media बहुत रोल प्ले कर रहा, पर इस पार्टी ਨੂੰ ਇੱਕ ਧਿਆਨ ਦੇਣਾ ਚਾਹੀਦਾ ਕਿ ਫੋਕੀ ਹਵਾ ਨਾ ਨਿਕਲ ਜੇ ਤੁਹਾਡੀ ਪਿਛਲੀ ਵਾਰ ਵਾਂਗੂ ਜਿਹੜੀ ਅਖੀਰਲੇ 45 ਦਿਨਾਂ ਚ ਪਿਛਲੀ ਵਾਰ ਲੰਗੀ ਸੀਗੀ। ਉਹਦੇ ਲਈ ਇਹਨਾਂ ਨੂੰ ਕੰਮ ਕਰਨਾ ਪੈਣਾ। ਲੀਡਰਸ਼ਿਪ ਠੀਕ ਹੈ, ਭਗਵੰਤ ਸਿੰਘ ਮਾਨ ਇੱਕ ਐਵਰੇਜ ਆਦਮੀ ਹੈ, ਚੰਨੀ ਵੀ ਐਵਰੇਜ ਆਦਮੀ ਸੀਗਾ। ਭਗਵੰਤ ਸਿੰਘ ਮਾਨ ਦੀ 1.5 ਕਰੋੜ ਦੀ ਨੈਟ ਵਰਥ ਹੈ। ਜਦੋਂ ਦਾ ਉਹ ਪੋਲਿਟਿਕਸ 'ਚ ਆਇਆ ਕਿਰਾਏ ਦੇ ਘਰ 'ਚ ਰਹਿੰਦਾ। ਠੀਕ ਹੈ, ਤੁਸੀਂ ਉਹਨੂੰ ਕਈ ਗੱਲਾਂ 'ਚ ਕ੍ਰਿਟੀਸਾਈਜ਼ ਕਰ ਲਓਗੇ, ਉਹਦੀ ਸ਼ਰਾਬ ਨੂੰ ਜਾਂ ਉਹਦੀ ਪਰਸਨਲ ਲਾਈਫ ਨੂੰ, ਪਰ ਇੱਕ ਲੀਡਰ ਜਿਹੜਾ ਜਾ ਕੇ ਦਿੱਲੀ 'ਚ ਬੋਲਦਾ, ਕਿਤੇ ਬੰਦੇ ਫਸੇ ਹੋਣ, ਆਪਣੇ ਸਟੂਡੈਂਟ ਫਸੇ ਹੋਣ, ਈਰਾਨ, ਇਰਾਕ, ਅਫਗਾਨਿਸਤਾਨ 'ਚ ਕੋਈ ਪ੍ਰੋਬਲਮ ਹੋਵੇ ਪੰਜਾਬੀਆਂ ਦੀ, ਉਹ ਸੁਸ਼ਮਾ ਸਵਰਾਜ ਨੂੰ ਮਿਲਦਾ ਰਿਹਾ ਜਾ ਕੇ। ਹੀ ਇਜ਼ ਡਾਊਨ ਟੂ ਅਰਥ ਪਰਸਨ, ਹੀ ਇਜ਼ ਪੀਪਲਸ ਪਰਸਨ, ਹੀ ਇਜ਼ ਐਨ ਐਵਰੇਜ ਮੈਨ। ਇਹ ਠੀਕ ਆ ਕਿ ਉਹ ਹਮੇਸ਼ਾ ਕਹਿੰਦੇ ਰਹਿੰਦੇ ਕਿ ਅਸੀਂ ਕੇਜਰੀਵਾਲ ਵਾਲਾ ਫੋਲੋ ਕਰਨਾ, ਉਹ ਮਾਡਲ ਕਰਨਾ। ਪੰਜਾਬ ਮਾਡਲ ਕਿਉਂ ਨਹੀਂ ਫੋਲੋ ਕਰਦੇ ਵੀ ਤੁਸੀਂ? ਇੱਕ ਪੰਜਾਬ ਮਾਡਲ ਬਣਾਓ। ਜੇ ਤੁਸੀਂ ਪੰਜਾਬ ਦੇ ਦਰਦੀ ਹੋ, ਇਸ ਪਾਰਟੀ ਦੀਆਂ ਪਾਲਿਸੀਜ਼ ਠੀਕ ਨੇ, what they have done in Delhi is great, ਹੁਣ ਉਹਨੂੰ ਪੰਜਾਬ ਵਾਲਿਆਂ ਨੂੰ ਇਨਕੋਰਪੋਰੇਟ ਕਰ ਲਓ। 150 ਦੇ 150 ਬੰਦੇ ਜਦੋਂ ਤੁਸੀਂ ਬਾਹਰਲਿਆਂ ਨੂੰ ਬੈਠ ਕੇ ਗੱਲ ਕਰਦੇ ਹੋ, ਤੁਹਾਨੂੰ ਮੌਕਾ ਹੀ ਨਹੀਂ ਮਿਲਦਾ। I recently attended a panel, I wanted to give a lot of input ਕਿ ਭਾਈ ਪੰਜਾਬ 'ਚ ਜੇ ਚੇਂਜ ਲਿਆਉਣੀ ਆ ਤਾਂ ਆਪਦਾ ਵੀ ਜਿਹੜਾ ਐਟੀਟਿਊਡ ਹੈ ਉਹਦੇ 'ਚ ਐਵਰੇਜ ਐਕਸੈਸਿਬਿਲਿਟੀ ਲਿਆਓ। ਜੀ ਮਨਮੋਹਨ ਜੀ, ਆਈ ਥਿੰਕ ਜੋ ਤੁਸੀਂ ਇਹ ਗੱਲ ਕਹੀ ਹੈ ਕਿ ਲੋਕਾਂ ਦੀ ਐਕਸਪੈਕਟੇਸ਼ਨ ਹੈਗੀ ਪਿੰਡਾਂ ਦੇ ਵਿੱਚ ਕਿ ਤੁਸੀਂ ਆਓ, ਇੱਥੇ ਦੇ ਲੋਕਲ ਬੰਦੇ ਹੋਣ ਜੋ ਆ ਕੇ ਸਾਡੇ ਨਾਲ ਚਾਹ ਪਾਣੀ ਬਹਿ ਕੇ ਪੀਣ ਅਤੇ ਇੱਕ ਪਰਸਨਲ ਤੌਰ 'ਤੇ ਸਾਨੂੰ ਜਾਣਨ, ਸਾਡੀ ਕੀ ਪ੍ਰੋਬਲਮ ਹੈਗੀ ਹੈ, ਉਹਨਾਂ ਦੀ ਜਾਣਕਾਰੀ ਪਾ ਕੇ ਸਾਨੂੰ ਦੱਸਣ ਕਿਸ ਤਰ੍ਹਾਂ ਉਹਨਾਂ ਦਾ ਹੱਲ ਕਰ ਸਕਦੇ ਆ। ਮੈਨੂੰ ਨਹੀਂ ਲੱਗਦਾ ਇਹ ਕੋਈ ਇੰਨੀ ਵੱਡੀ ਆਸਕ ਹੈ, ਇਹ ਕੋਈ ਇੰਨੀ ਔਖੀ ਚੀਜ਼ ਹੈ। ਇਨਫੈਕਟ ਸਰਕਾਰ ਦੇ ਵਿੱਚ, ਪੋਲੀਟਿਕਸ ਦੇ ਵਿੱਚ ਇਹ ਸਭ ਤੋਂ ਪਹਿਲੀ ਸਟ੍ਰੈਟਜੀ ਹੋਣੀ ਚਾਹੀਦੀ, ਸਭ ਤੋਂ ਪਹਿਲੀ ਪ੍ਰਾਇਓਰਿਟੀ ਕਿ ਲੋਕਾਂ ਨਾਲ ਜਾ ਕੇ ਮਿਲੋ, ਉਹਨਾਂ ਤੋਂ ਸੁਣੋ ਕਿ ਉਹ ਕੀ ਚਾਹੁੰਦੇ ਹੈ। ਆਈ ਡੋਂਟ ਅੰਡਰਸਟੈਂਡ ਕਿ ਇਹ ਚੀਜ਼ ਸਾਨੂੰ ਕਿਉਂ ਡਿਸਕਸ ਕਰਨੀ ਪੈ ਰਹੀ ਹੈ ਕਿ ਇਹ ਉਹਨਾਂ ਨੂੰ ਸਟ੍ਰੈਟਜੀ ਅਪਣਾਉਣੀ ਚਾਹੀਦੀ ਹੈ। ਦਿਸ ਸ਼ੁੱਡ ਬੀ ਦ ਫਰਸਟ ਸਟ੍ਰੈਟਜੀ। ਐਂਡ ਉਹ ਦਿਨ ਤਾਂ ਨਹੀਂ ਰਹਿ ਗਏ ਨਾ ਹੁਣ ਕਿ ਰਾਜੇ ਮਹਾਰਾਜੇ ਆਪ ਤੇ ਮਹਿਲ ਦੇ ਵਿੱਚ ਬੈਠੇ ਹੋਏ ਹੈ ਅਤੇ ਉਹਨਾਂ ਦਾ ਕੋਈ ਗਰੀਬਾਂ ਦੇ ਨਾਲ ਕੋਈ ਤਾਲਮੇਲ ਨਹੀਂ ਹੈਗਾ। This is we're talking about a democracy, a representative government, and ਜਿੱਥੇ ਇੱਕ ਪੋਲੀਟੀਸ਼ੀਅਨ ਨੂੰ ਇੱਕ ਪਬਲਿਕ ਸਰਵੈਂਟ ਕਿਹਾ ਜਾਂਦਾ ਹੈ ਤੇ ਅਗਰ ਪਬਲਿਕ ਦਾ ਉਹਦੇ ਵਿੱਚ ਕੋਈ ਇਨਪੁਟ ਹੀ ਨਾ ਹੋਏ ਤੇ ਕਾਹਦੇ ਪੋਲੀਟੀਸ਼ੀਅਨ ਤੇ ਕਾਹਦੇ ਪਬਲਿਕ ਸਰਵੈਂਟ। once again ਸੁਣ ਕੇ ਕਦੀ ਕਵਾਰ ਹੈਰਾਨੀ ਵੀ ਹੁੰਦੀ ਹੈ। ਰਾਈਟ, you stole the words from my mouth। ਦੇਖੋ ਵੈਸਟਰਨ ਕੰਟਰੀਜ਼ ਦੀ ਪੋਲਿਟਿਕਸ ਕੀ ਹੈ, ਸਪੈਸ਼ਲੀ ਜਦੋਂ ਤੁਸੀਂ ਡਿਵੈਲਪਮੈਂਟ ਲਿਆਉਣੀ ਚਾਹੁੰਦੇ ਹੋ ਤੇ ਗ੍ਰਾਸ ਰੂਟ ਲੈਵਲ ਦੇ 117 ਪੰਜਾਬ ਦੇ 12,000 ਪਿੰਡਾਂ ਦੀ 117 ਨੋਮੀਨੀਜ਼ ਨੇ ਜਿੱਤਣਾ। ਸੋ ਜਿਹੜਾ ਉਹਨਾਂ ਦਾ ਹੈਗੀ ਲੋਕਲ ਐਕਸੈਸਿਬਿਲਿਟੀ 5-5 ਸਾਲ ਉਹ ਬਾਅਦ 'ਚ ਦਿਖਦੇ ਹੀ ਨਹੀਂ ਜੀ। ਸੋ ਇੱਕ ਬੜੀ ਐਜੂਕੇਟਿਡ ਤੇ ਬੜੀ ਬਹੁਤ ਸੋਹਣੇ ਵਿਊਜ਼ ਵਾਲੀ ਕੁੜੀ ਦੀ ਇੰਟਰਵਿਊ ਸੁਣੀ, ਉਹਦਾ ਨਾਂ ਸੀਗਾ ਅਨਮੋਲ ਗਗਨ ਮਾਨ। I think she's an actress and a singer also. At her young age, she expressed, boy, she won me over. ਉਹਦੇ ਵਰਗੇ 117 men and women ਪੰਜਾਬ ਨੂੰ ਲੀਡ ਕਰਨ ਤਾਂ ਅਸੀਂ ਪੰਜਾਬ ਕਿਤੇ ਦਾ ਕਿਤੇ ਲੈ ਜਾਈਏ। ਆਈ ਮੀਨ ਕਿਤੇ ਨਾ ਕਿਤੇ ਜਿੱਥੇ ਹੋਣਾ ਚਾਹੀਦਾ ਉੱਥੇ ਤਾਂ ਪਹੁੰਚੂਗਾ, ਔਰ ਐਟਲੀਸਟ ਇਟ ਵੁੱਡ ਗੈਟ ਆਊਟ ਆਫ ਜਿੱਥੇ ਹੁਣ ਮਾੜੀ ਸਟੇਟ ਬਣੀ ਹੋਈ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਮਨਮੋਹਨ ਸਿੰਘ ਗਰੇਵਾਲ ਜੀ ਯੂਟਾ ਤੋਂ ਸਾਡੇ ਨਾਲ ਜੁੜੇ ਹਨ। ਇਸ ਤਰ੍ਹਾਂ ਜੁੜੇ ਰਹੋ ਵਿਊਅਰਸ, ਤੁਸੀਂ ਵੀ ਕਿਤੇ ਨਾ ਜਾਓ, ਲਾਈਵ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ। ਤੁਸੀਂ ਵੀ ਸਾਨੂੰ ਕਾਲ ਕਰਕੇ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਕਨਵਰਸੇਸ਼ਨ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਲਾਈਵ ਗੱਲ ਕਰ ਰਹੇ ਹਾਂ ਅੱਜ ਅਫਕੋਰਸ ਇਲੈਕਸ਼ਨਸ ਦੇ ਬਾਰੇ, ਵੱਖ-ਵੱਖ ਮੁੱਦਿਆਂ ਨੂੰ ਡਿਸਕਸ ਕਰ ਰਹੇ ਹਾਂ ਬਿਕੋਜ਼ ਇਹ ਜੋ ਇਲੈਕਸ਼ਨਸ ਇਸ ਵੇਲੇ ਪੰਜਾਬ ਦੇ ਵਿੱਚ ਹੋਣ ਵਾਲੇ ਹੈ, ਇਹ ਕਿਸੇ ਇੱਕ ਮੁੱਦੇ ਨੂੰ ਲੈ ਕੇ ਨਹੀਂ ਹੋ ਰਹੇ। ਇਨ ਇਲੈਕਸ਼ਨਸ ਦੇ ਵਿੱਚ ਕਾਫੀ ਸਾਰੇ ਵੱਡੇ ਮਸਲੇ ਹਨ ਜੋ ਪੰਜਾਬ ਦੇ ਵਿੱਚ ਕਾਫੀ ਚਿਰ ਤੋਂ ਚੱਲਦੇ ਆ ਰਹੇ ਹੈ, ਬਟ ਹੋਰ ਅਸੀਂ ਕਹਿ ਸਕਦੇ ਹਾਂ ਹੋਰ ਵੀ ਮਾੜੇ ਹੋ ਗਏ ਹੈ। ਭਾਵੇਂ ਉਹ ਹੈਲਥ ਕੇਅਰ ਹੋਏ, ਜੌਬਸ ਹੋਣ, ਨੌਕਰੀਆਂ ਹੋਣ, ਬੇਰੁਜ਼ਗਾਰੀ ਹੋਏ, ਯੂਥ ਦੇ ਵਿੱਚ ਨਸ਼ਿਆਂ ਦੀ ਜੋ ਪ੍ਰੋਬਲਮ ਹੈਗੀ ਉਹਨੂੰ ਲੈ ਕੇ, ਇਨਫਰਾਸਟਰਕਚਰ ਦੀ ਗੱਲ ਕਰ ਲਓ, ਇੰਨਾ ਵੱਡਾ ਜੋ ਕਿਸਾਨੀ ਦਾ ਮੁੱਦਾ ਪਿਛਲੇ 1.5 ਸਾਲ ਤੋਂ ਇੰਟਰਨੈਸ਼ਨਲ ਹੈਡਲਾਈਨਸ ਬਣਾ ਰਿਹਾ ਸੀ, ਉਹਦਾ ਹਲੇ ਵੀ ਕੋਈ ਕੰਕਰੀਟ ਤੁਸੀਂ ਕਹਿ ਲਓ ਰਿਫੋਰਮ ਨਹੀਂ ਡਿਸਕਸ ਕੀਤਾ ਗਿਆ। ਇੰਪਲੀਮੈਂਟ ਤਾਂ ਬਾਅਦ 'ਚ ਕਰਨਗੇ, ਉਹਦੀ ਡਿਸਕਸ਼ਨ ਵੀ ਨਹੀਂ ਸਾਨੂੰ ਸੁਣਨ ਨੂੰ ਮਿਲ ਰਹੀ। ਸੋ ਇਨ ਮੁੱਦਿਆਂ ਨੂੰ
ਕਦੋਂ ਡਿਸਕਸ ਕੀਤਾ ਜਾਊਗਾ? ਅਗਰ ਅਜੇ ਨਹੀਂ, ਇਲੈਕਸ਼ਨਸ ਤੋਂ ਪਹਿਲੇ ਨਹੀਂ, ਤੇ ਕੀ ਆਸ ਅਸੀਂ ਰੱਖ ਸਕਦੇ ਹਾਂ ਕਿ ਇਨ ਚੀਜ਼ਾਂ ਤੇ ਕੋਈ ਵੀ ਇੰਪਰੂਵਮੈਂਟ ਹੋਏਗੀ? ਵਾਂਸ ਅਗੇਨ ਇਨ ਅਪਡੇਟਸ ਨੂੰ ਲੈ ਕੇ ਸਾਡੇ ਨਾਲ ਜੁੜੇ ਹਨ ਯੂਟਾ ਤੋਂ ਮਨਮੋਹਨ ਸਿੰਘ ਗਰੇਵਾਲ ਜੀ। ਮਨਮੋਹਨ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਮਨਮੋਹਨ ਜੀ, ਬ੍ਰੇਕ ਤੋਂ ਪਹਿਲੇ ਅਸੀਂ ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਪ੍ਰੋਜੈਕਸ਼ਨਸ, ਜੋ ਕਾਫੀ ਐਕਸਪਰਟਸ ਇਸ ਵੇਲੇ ਰੱਖ ਰਹੇ ਹੈ ਕਿ ਇਹ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਐਕਸਪੈਕਟਡ ਸੀਟਸ ਇਲੈਕਸ਼ਨ ਤੋਂ ਬਾਅਦ ਪ੍ਰਾਪਤ ਹੋਣਗੀਆਂ। ਬਟ ਇਹਦੇ ਵਿੱਚ ਇਹ ਜੋ ਦਿੱਲੀ ਮਾਡਲ ਵਰਸਸ ਪੰਜਾਬ ਮਾਡਲ ਦਾ ਸਵਾਲ ਇੱਕ ਵਾਰੀ ਉੱਠਦਾ ਹੈ। ਨਵਜੋਤ ਸਿੰਘ ਸਿੱਧੂ ਤੋਂ ਬਾਰ-ਬਾਰ ਸਾਨੂੰ ਇਸ ਪੰਜਾਬ ਮਾਡਲ ਦੇ ਬਾਰੇ ਸੁਣਨ ਨੂੰ ਮਿਲਦਾ ਹੈ, ਬਟ ਕਾਂਗਰਸ ਪਾਰਟੀ ਕੀ ਇਸ ਪੰਜਾਬ ਮਾਡਲ ਤੇ ਡਿਲੀਵਰ ਕਰ ਸਕਦੀ ਹੈ? ਇਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ। ਤੁਹਾਡੇ ਕੁਝ ਇੰਟਰਸਟਿੰਗ ਵਿਚਾਰ ਹਨ ਕਾਂਗਰਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਇਸ ਵੇਲੇ ਜੋ ਡਿਵੀਜ਼ਨਸ, ਜੋ ਫ੍ਰੈਕਸ਼ਨਿੰਗ ਕਾਂਗਰਸ ਦੇ ਵਿੱਚ ਹੋ ਰਹੀ ਹੈ, ਉਹ ਸ਼ਾਇਦ ਇਸ ਪਾਰਟੀ ਦਾ ਡਾਊਨਫਾਲ ਹੋਏ। ਇਹਦੇ ਬਾਰੇ ਸਾਨੂੰ ਦੱਸੋ, ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦਾ ਫਿਊਚਰ ਖਾਸ ਕਰਕੇ ਇਨ ਕੁਝ ਹਫ਼ਤਿਆਂ ਦੇ ਬਾਅਦ ਜੋ ਵੋਟਾਂ ਪੈਣ ਵਾਲੀਆਂ ਉਹਦੇ ਵਿੱਚ ਬਣੂਗਾ? ਕਾਂਗਰਸ ਪਾਰਟੀ ਨੇ ਦੇਖੋ, ਜਿਹੜੀ ਗਾਂਧੀ ਫੈਮਿਲੀ ਹੈ ਜੀ, ਉਹਨਾਂ ਨੇ ਟਿਕਟਾਂ ਵੰਡਣ ਵੇਲੇ ਕੱਲ ਪਰਸੋਂ ਜਾਖੜ ਜੀ ਦੀ ਇੱਕ ਸਟੇਟਮੈਂਟ ਆਈ ਸੀ ਜਿਹਦੇ 'ਚ ਉਹ ਕਹਿੰਦੇ ਉਹਨਾਂ ਨੂੰ 46 ਵੋਟਾਂ ਪਈਆਂ ਸੀਗੀਆਂ, ਸਿੱਧੂ ਨੂੰ ਸ਼ਾਇਦ 6-7 ਪਈਆਂ ਸੀਗੀਆਂ, ਚੰਨੀ ਨੂੰ 2 ਵੋਟਾਂ ਪਈਆਂ ਸੀਗੀਆਂ। ਪਰ ਦੇਖੋ ਕਿਹੜੇ ਕੈਂਡੀਡੇਟ ਨੂੰ ਉਹਨਾਂ ਨੇ ਪਿਕ ਕੀਤਾ ਸੀਐਮ ਦੇ ਚਿਹਰੇ ਵਾਸਤੇ। ਇਸੇ ਪ੍ਰੋਜੈਕਸ਼ਨ 'ਚ ਕਿ ਚੰਨੀ ਨੂੰ ਆਮ ਆਦਮੀ ਸ਼ੋਅ ਕੀਤਾ ਜਾ ਸਕੇ, ਉਹਦੀ ਜਿਹੜੀ ਪ੍ਰੋਜੈਕਸ਼ਨ ਉਹਨੂੰ ਆਮ ਆਦਮੀ ਵਰਗੀ ਉਹਦੀ ਰੂਪਰੇਖਾ ਦਿਖਾਈ ਜਾ ਸਕੇ, ਕਿਉਂਕਿ ਚੰਨੀ ਦੇ ਜਿੰਨੇ ਵੀ ਟ੍ਰੇਡਸ ਉਹਨੇ ਗਿਣਾਏ ਨੇ, ਚਾਹੇ ਉਹ ਮੰਜਾ ਬੁਣ ਤੱਕ ਆ, ਚਾਹੇ ਉਹ ਸਪੀਕਰ ਲਾਉਣ ਤੱਕ ਆ, ਚਾਹੇ ਟਿਊਬਵੈਲ, ਚਾਹੇ ਆਰਡੀਨਰੀ ਕੰਮ ਜਿਹੜੇ ਉਹਨਾਂ ਨੇ ਕਹਿੰਦੇ ਮੈਂ ਕਰ ਲੈਣਾ, ਮੈਂ ਟੈਂਟ ਲਾ ਲੈਣਾ, ਦਿਸ ਐਂਡ ਦੈਟ। ਪਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਲਾਈਫ ਲੌਂਗ ਟੇਲ ਵੈਗਰਸ ਸੀਗੇ, ਉਹਨਾਂ ਨੂੰ ਵੀ ਟ੍ਰੀਟ ਨਹੀਂ ਮਿਲੀ ਇਸ ਵਾਰ। ਸੋ ਦੇ ਵਰ ਕੁਇਕ ਟੂ ਰਿਬੈਲ। ਮਾਯੂਸੀ ਬਹੁਤ ਹੋਈ ਪੁਰਾਣੇ ਕੈਂਡੀਡੇਟਸ ਨੂੰ, ਪੁਰਾਣੇ ਜਿਹੜੇ ਇਹਨਾਂ ਦੇ ਤੁਸੀਂ ਕਹਿ ਲਓ ਵਿਲਰਸ ਸੀਗੇ। ਫਾਰ ਐਗਜ਼ਾਮਪਲ ਮੇਰੇ ਬਹੁਤ ਮਿੱਤਰ ਡੂੰਘੇ ਜੱਸੀ ਖੰਗੂੜਾ, ਉਹਨਾਂ ਦੀ 2 ਜਨਰੇਸ਼ਨਸ ਤੋਂ ਉਹਨਾਂ ਦੇ ਮਾਤਾ ਪਿਤਾ ਪੋਲੀਟੀਕਲੀ ਐਕਟਿਵ ਰਹੇ ਨੇ। ਜੱਸੀ ਜੀ ਆਪ MLA ਰਹੇ ਨੇ, ਕੈਰੋਂ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਬਾਦਲ ਫੈਮਿਲੀ ਦੇ ਵਿੱਚ ਨੇ, ਉਹ ਤਾਂ ਕਾਂਗਰਸ ਨੇ। ਵੈਰੀ ਨਾਈਸ ਮੈਨ, ਵੈਰੀ knowledgeable, but no, he was denied ticket. ਇਹਦੇ ਨਾਲ ਕੀ ਹੁੰਦਾ ਕਿ ਸਾਰੇ ਜਿਹੜੇ ਸਿੰਸੀਅਰ ਬੰਦੇ ਨੇ ਕਈ ਉਹਨਾਂ ਚੋਂ, ਉਹ ਵੀ ਛੱਡ ਰਹੇ ਨੇ। ਹੰਸਪਾਲ ਜੀ ਨੇ, ਸਮਰਾਲੇ ਵਾਲੇ ਕੰਗ ਨੇ, ਕਿੰਨੇ ਹੀ ਹੋਰ ਕੈਂਡੀਡੇਟਸ ਨੇ। ਇੱਕ ਬੜਾ ਨਵੇਂ ਸ਼ਹਿਰ ਦਾ ਤਮਾਸ਼ਾ ਦੇਖਣ ਨੂੰ ਮਿਲਿਆ, ਕਿਉਂਕਿ ਮੈਂ ਪਹਿਲਾਂ ਸਰਕਸ ਕਿਹਾ, ਨਵੇਂ ਸ਼ਹਿਰ ਦੇ ਵਿੱਚ ਇਹਨਾਂ ਦਾ ਅੰਗਦ ਮੁੰਡਾ ਸੀਗਾ ਜਿਹਦੀ ਵਾਈਫ ਯੂਪੀ ਤੋਂ ਸੀਗੀ, ਇਹਦੇ ਫਾਦਰ ਵੀ ਪੋਲਿਟਿਕਸ 'ਚ ਸੀਗੇ। ਜਿਹੜੇ ਬੰਦੇ ਗਏ ਸੀਗੇ ਬੀਜੇਪੀ 'ਚ ਕੈਪਟਨ ਦੇ ਨਾਲ, ਪਹਿਲਾਂ ਉਹਨਾਂ ਨੂੰ ਟਿਕਟ ਦਿੱਤਾ, ਉਹ ਟਿਕਟ ਲੈਣ ਤੋਂ ਬਾਅਦ ਬੈਕ ਆਫ ਹੋ ਗਿਆ। ਉੱਥੇ ਹੁਣ ਇਸ ਵੇਲੇ ਤਕਰੀਬਨ 7-8 ਕੈਂਡੀਡੇਟ ਨੇ, ਕਿੰਨੇ ਇੰਡੀਪੈਂਡੈਂਟ ਨੇ। ਉੱਥੇ ਉਹ ਡਰਾਮਾ ਹੋ ਰਿਹਾ ਜਿਹੜਾ ਕਿ ਵਿਚ ਵਿਲ ਬੀ ਏ second to ਅੰਮ੍ਰਿਤਸਰ ਈਸਟ, ਜਿੱਥੇ ਮਜੀਠੀਆ ਤੇ ਨਵਜੋਤ ਹੋ ਰਹੇ ਨੇ। ਅੱਛਾ ਜੀ। ਇਨ ਟਰਬਲ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਸਿੱਧੂ ਦਾ ਜਿਹੜਾ ਆਪਣਾ ਹੈਗਾ, ਠੀਕ ਹੈ, ਉਹਦੇ 'ਚ ਐਰੋਗੈਂਸੀ ਹੈ, ਪੰਜਾਬ ਲਈ ਸਿੰਸੈਰਿਟੀ ਸ਼ੋਅ ਕਰਦਾ, ਪਰ ਬਾਅਦ 'ਚ 2 ਜਾਂ 3 ਉਹਦੇ ਇਸ਼ੂਜ਼ ਹੋਰ ਨਿਕਲੇ ਆਉਂਦੇ ਨੇ ਜਿਹਦੇ ਵਿੱਚ ਉਹਨੂੰ ਇੰਟੈਂਗਲ ਹੋ ਜਾਂਦਾ। ਉਹਦੀ ਹਾਲੇ ਵੀ ਜਿਹੜੀ ਹਾਈ ਕੋਰਟ ਦਾ ਇਸ਼ੂ ਹੈ ਉਹ ਚੱਲ ਰਿਹਾ, ਜਿਹੜਾ ਉਹਦਾ ਮਰਡਰ ਦਾ ਸੀਗਾ, ਜਿਹਦੇ 'ਚ ਇੱਕ ਇਨੋਸੈਂਟ ਬਾਈਸਟੈਂਡਰ ਨੂੰ ਜਸਟ ਫਾਰ ਪਾਰਕਿੰਗ ਸੀਗਾ। ਇਹਦੀ ਸਿਸਟਰ ਨੇ ਪਰਸਨਲ ਕਰੈਕਟਰ ਅਸੈਸੀਨੇਸ਼ਨ ਕੀਤੀ ਹਫ਼ਤਾ ਪਹਿਲਾਂ, ਤੇ ਉਹਦੀ ਐਰੋਗੈਂਸ ਹੈਗੀ, ਉਹਦੇ 'ਚ ਕੋਈ ਨੋਰਮਲ ਗੱਲ ਕਰਨ ਦੀ ਸਮਰੱਥਾ ਘੱਟ ਹੀ ਹੈ। ਹਰ ਗੱਲ ਉਹਨੇ ਹਾਈਪਰ ਹੋ ਕੇ ਤੇ ਸਟਾਈਲ 'ਚ ਹੀ ਕਰਨੀ ਹੁੰਦੀ ਹੈ। ਇਹ ਕੋਈ ਚੀਫ ਮਿਨਿਸਟਰੀਅਲ ਕੈਂਡੀਡੇਟ ਦੇ ਗੁਣ ਨਹੀਂ ਹੈਗੇ। ਫਿਰ ਇਹ ਹੈਗਾ ਕਿ 10 ਵੂਮਨ ਨੂੰ ਟਿਕਟ ਦਿੱਤੇ ਨੇ ਕਾਂਗਰਸ ਨੇ, 117 ਚੋਂ ਤੁਸੀਂ ਆਪ ਦੇਖੋ ਕਿ 10 ਚੋਂ ਕਿੰਨੇ ਜਿੱਤਣਗੇ, ਤੇ ਜਿਹੜੀ ਹੈਗੀ ਹੈ ਜੈਂਡਰ ਪੈਰਿਟੀ ਦੀ ਗੱਲ, ਉਹ ਕਿੱਧਰ ਨੂੰ ਜਾਂਦੀ।
ਜੀ ਫਿਰ ਦੂਸਰੀ ਗੱਲ ਇਹ ਹੈਗੀ ਕਿ ਇਹਨਾਂ ਨੇ ਜਦੋਂ 5 ਸਾਲ 'ਚ ਰਹੇ ਨੇ ਇਨ ਫਾਈਟਿੰਗ ਤੇ ਆਪਣੇ ਆਪ ਤੋਂ ਬਿਨਾਂ ਇਹਨਾਂ ਨੇ ਪੰਜਾਬ ਲਈ ਕੀ ਕੀਤਾ। ਤੁਹਾਨੂੰ ਯਾਦ ਹੋਣਾ ਬੀਬੀ ਭੱਟਲ ਨੇ ਪਿਛਲੀ ਵਾਰੀ 2-3 ਸੀਟਾਂ ਰਲ ਕੇ ਟਿਕਟ ਲਾਏ ਸੀਗੇ, ਉਹਨਾਂ 'ਚੋਂ ਕੋਈ ਉਹਦੇ ਤੋਂ ਜਿੱਤ ਨਹੀਂ ਹੋਇਆ। ਸੋ ਜਿੰਨਾ ਚਿਰ ਇਹ ਕੁਝ ਚੱਲਦਾ ਕਿ ਵਾਟ ਇਜ਼ ਇਨ ਇਟ ਫॉर ਮੀ, ਜਿੰਨਾ ਚਿਰ ਸਿੰਸੈਰਿਟੀ ਨਹੀਂ ਹੈ ਪੰਜਾਬ ਲਈ, ਤਾਂ ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਤੇ ਚਾਹੇ ਆਮ ਆਦਮੀ ਪਾਰਟੀ ਦੇ ਵੀ ਹੋਣ। ਜਿਹੜੇ ਆਮ ਆਦਮੀ ਪਾਰਟੀ ਦੇ ਜਿਵੇਂ ਹਰਿੰਦਰ ਸਿੰਘ ਸੀਗਾ ਨਾਰਵੇ ਵਾਲਾ ਖਾਲਸਾ ਜੀ, ਜਿਹਨੇ ਪਹਿਲਾਂ ਆਮ ਆਦਮੀ ਪਾਰਟੀ 'ਚ ਆਇਆ ਸੀਗਾ, ਤੇ ਗਾਂਧੀ ਜੀ ਆਏ ਸੀਗੇ। ਗਾਂਧੀ ਜੀ ਦਾ ਇਮੇਜ ਬਹੁਤ ਚੰਗਾ ਪਟਿਆਲੇ ਤੋਂ, ਪਰ ਜਦੋਂ ਚੰਗੇ ਪੋਲੀਟਿਕਸ ਆਉਂਦੇ ਨੇ ਤਾਂ ਉਹਨਾਂ ਨੂੰ ਸੰਭਾਲਣ ਦੀ ਵੀ ਲੋੜ। ਹੁਣ ਮੈਂ ਜਿੱਦਾਂ ਤੁਹਾਡੇ ਕੋਲ ਅਨਮੋਲ ਜੀ ਦੀ ਗੱਲ ਕੀਤੀ ਹੈ, ਆਈ ਡੋਂਟ ਨੋ ਹਰ, ਪਰ ਆਈ ਮੀਨ ਇਹੋ ਜਿਹੇ ਕੈਂਡੀਡੇਟ ਜੇ ਬਣਦੇ ਨੇ ਉਹ ਕਿਸੇ ਵੀ ਪਾਰਟੀ 'ਚ ਚਲੇ ਜਾਣ ਤਾਂ ਪੰਜਾਬ ਦਾ ਚੰਗਾ ਹੀ ਸੋਚਣ। ਸੋ ਉਸ ਚੰਗਾ ਸੋਚਣ ਲਈ ਫਿਊਚਰ ਦੇ ਵਿੱਚ ਕਈ ਵਾਰੀ ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ 117 ਦੇ 117 ਤਾਂ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਹੋ ਨਹੀਂ ਸਕਦੇ। ਸੋ ਰੀਜ਼ਨੇਬਲ ਆਪੋਜੀਸ਼ਨ ਵੀ ਚਾਹੀਦੀ ਹੈ। ਸੋ ਉਹਦੇ ਲਈ ਤੁਹਾਨੂੰ ਜਿਹੜੇ ਕੁਆਲਿਟੀ ਬੇਸਡ ਕੈਂਡੀਡੇਟਸ ਨੇ ਉਹ ਪਿਕ ਕਰਨੇ ਚਾਹੀਦੇ, ਨਾ ਕਿ ਸਿਰਫ ਪਾਰਟੀ ਲਾਈਨਸ ਤੇ। ਮਨਮੋਹਨ ਜੀ, ਜਦੋਂ ਅਸੀਂ ਇਨ ਕੈਂਡੀਡੇਟਸ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਸਾਨੂੰ ਇਨ ਕੈਂਡੀਡੇਟਸ ਤੱਕ ਪਹੁੰਚਣ ਦੀ ਨੌਬਤ ਹੀ ਨਹੀਂ ਆਉਂਦੀ, ਮੌਕਾ ਹੀ ਨਹੀਂ ਮਿਲਦਾ, ਬਿਕੋਜ਼ ਜੋ ਪੁਰਾਣੇ ਬੈਠੇ ਹੋਏ ਹੈ ਗੱਲ ਉਹਨਾਂ ਤੱਕ ਹੀ ਟਿਕ ਜਾਂਦੀ, ਉਹਨਾਂ ਤੋਂ ਅੱਗੇ ਨਹੀਂ ਵੱਧਦੀ। ਖਾਸ ਕਰਕੇ ਅਨਫੋਰਚੂਨੇਟਲੀ ਜੋ ਇਹ ਅਨਨੋਨ ਕੈਂਡੀਡੇਟਸ ਹਨ, ਜਦੋਂ ਤੱਕ ਇਹਨਾਂ ਨੂੰ ਹਾਈਲਾਈਟ ਨਹੀਂ ਕੀਤਾ ਜਾਊਗਾ, ਇਹਨਾਂ ਦੀ ਗੱਲ ਅੱਗੇ ਨਹੀਂ ਰੱਖੀ ਜਾਊਗੀ, ਮਾਮੂਲੀ ਜਨਤਾ ਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਇਹ ਕੌਣ ਹਨ, ਕਿਹਨਾਂ ਨੂੰ ਸਪੋਰਟ ਕਰਨਾ ਹੈ, ਕਿਹਨਾਂ ਨੂੰ ਨਹੀਂ ਸਪੋਰਟ ਕਰਨਾ। ਕਾਲਰਸ ਕਾਫੀ ਚਿਰ ਤੋਂ ਵੇਟ ਕਰ ਰਹੇ, ਮੈਂ ਉਹਨਾਂ ਤੋਂ ਵੀ ਥੋੜ੍ਹੇ ਜਿਹੇ ਵਿਚਾਰ ਲੈਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜਸਟ ਟੀਵੀ ਤੋਂ ਬੋਲਦੇ ਹੋ ਨਾ? ਹਾਂਜੀ, ਤੁਸੀਂ ਲਾਈਵ ਔਨ 에ਅਰ ਹੋ, ਤੁਸੀਂ ਆਪਣੇ ਵਿਚਾਰ ਇਸ ਮੁੱਦੇ ਉੱਤੇ ਰੱਖ ਸਕਦੇ ਹੋ। ਜਿਹੜਾ ਬੰਦਾ ਮਨਮੋਹਨ ਸਿੰਘ ਗਰੇਵਾਲ ਬੋਲ ਰਿਹਾ ਜੀ ਹੁਣ ਇਸ ਵੇਲੇ ਅਸ਼ਮੀਤਾ ਬੇਟੀ ਨਾਲ, ਹਾਂਜੀ, ਇਹ ਜੱਸੀ ਬਾਰੇ ਉਹਦੇ ਗੁਣ ਗਾਉਂਦਾ ਹਨਾ। ਸਰ ਤੁਸੀਂ ਜਗਦੇਵ ਸਿੰਘ ਦਾ ਇੰਗਲੈਂਡ ਗਿਆ ਸੀ, ਬੈਂਕ ਕਰਪਸ਼ਨ ਕਿਉਂ ਕੀਤੀ? ਜੀ ਜੀ ਇਹਨਾਂ ਦੇ ਸਾਰਾ ਲਿਖੋ, ਮੈਂ ਤੁਹਾਨੂੰ ਦੱਸਦਾ ਹੁਣੇ। ਸਰ ਤੁਹਾਡਾ ਕੋਈ ਸਵਾਲ ਸਪੈਸਿਫਿਕ ਮਨਮੋਹਨ ਜੀ ਲਈ ਹੈਗਾ? ਉਹ ਤੁਹਾਨੂੰ ਸੁਣ ਪਾ ਰਹੇ, ਤੁਸੀਂ ਲਾਈਵ ਔਨ 에ਅਰ ਹੋ, ਤੁਹਾਡਾ ਕੋਈ ਸਵਾਲ ਸਾਡੇ ਲਈ? ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਖੁੱਲ੍ਹ ਕੇ ਕੁਐਸਚਨ ਪੁੱਛੋ ਜੀ, ਚਾਹੇ ਜੱਸੀ ਖੰਗੂੜਾ ਜਾਂ ਕਿਸੇ ਹੋਰ ਤੇ। ਉਹਨਾਂ ਦਾ ਜ਼ਿਕਰ ਮੈਂ ਉਦਾਹਰਨ ਲਈ ਦਿੱਤਾ ਸੀਗਾ। ਮਨਮੋਹਨ ਜੀ, ਚਲੋ ਕਾਲਰਸ ਨੂੰ ਮੈਂ ਬੇਨਤੀ ਕਰਦੀ ਹਾਂ, ਅਸੀਂ ਮੁੱਦੇ ਉੱਤੇ ਗੱਲ ਕਰ ਰਹੇ ਹਾਂ, ਇਸ ਟੌਪਿਕ 'ਤੇ ਇਨ ਇਲੈਕਸ਼ਨਸ ਦੇ ਵੱਖ-ਵੱਖ ਕੈਂਡੀਡੇਟਸ, ਪਾਰਟੀਜ਼, ਇਸ਼ੂਜ਼ ਦੇ ਉੱਤੇ ਗੱਲ ਕਰ ਰਹੇ ਹਾਂ। ਬੇਨਤੀ ਕਰਾਂਗੀ ਕਿ ਤੁਸੀਂ ਰਿਸਪੈਕਟਫੁਲੀ ਕਾਲ ਕਰਕੇ ਸਾਡੇ ਨਾਲ ਤੇ ਸਾਡੇ ਗੈਸਟ ਨਾਲ ਆਪ ਦੇ ਵਿਚਾਰ ਸਾਂਝੇ ਕਰੋ। ਤੁਹਾਨੂੰ ਪੂਰਾ ਹੱਕ ਹੈ ਕੁਝ ਵੀ ਕਹਿਣ ਦਾ, ਬਟ ਅਸੀਂ ਇੱਕ ਇੱਜ਼ਤ ਤੇ ਇੱਕ ਮਰਿਆਦਾ ਦੇ ਨਾਲ ਵੀ ਗੱਲ ਕਰ ਸਕਦੇ ਹਾਂ। ਮਨਮੋਹਨ ਜੀ, ਗੱਲ ਚੱਲ ਰਹੀ ਸੀ ਇਨ ਪਾਰਟੀਜ਼ ਦੀ ਤੇ ਕੈਂਡੀਡੇਟਸ ਦੀ, ਕਿ ਜੋ ਕੈਂਡੀਡੇਟਸ ਅੱਗੇ ਆ ਕੇ ਬਾਰ-ਬਾਰ ਜਿਨ੍ਹਾਂ ਨੂੰ ਮੀਡੀਆ ਕਵਰੇਜ ਮਿਲਦੀ ਹੈ, ਉਹ ਤਾਂ ਜਗ੍ਹਾ ਹੀ ਨਹੀਂ ਛੱਡਦੇ ਉਨ ਕੁਆਲੀਫਾਈਡ, ਉਨ ਪ੍ਰੋਮਿਸਿੰਗ ਕੈਂਡੀਡੇਟਸ ਲਈ ਜੋ ਸ਼ਾਇਦ ਕੁਝ ਚੰਗਾ ਚੇਂਜ ਲੈ ਕੇ ਆ ਸਕਦੇ। ਫॉर ਐਗਜ਼ਾਮਪਲ ਨਸ਼ਿਆਂ ਨੂੰ ਲੈ ਕੇ ਬਹੁਤ ਚਰਚਾ ਹੁੰਦੀ ਹੈ ਪੰਜਾਬ ਦੇ ਵਿੱਚ। ਰੀਸੈਂਟਲੀ ਇੱਕ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਬਿਆਨ ਸੁਣਨ ਨੂੰ ਮਿਲਿਆ ਕਿ ਜੋ ਉੜਦਾ ਪੰਜਾਬ, ਇਹ ਜੋ ਨਸ਼ਿਆਂ ਦੀ ਸਮੱਸਿਆ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕ੍ਰਾਈਸਿਸ ਬਣੀ ਹੋਈ ਹੈ, ਇਹ ਤਾਂ ਸਿਰਫ ਇੱਕ ਮੀਡੀਆ, ਇੱਕ ਮੂਵੀਜ਼ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਕੋਈ ਸੜਕਾਂ 'ਤੇ ਚਿੱਟਾ ਨਹੀਂ ਹੈ, ਕੋਈ ਸੜਕਾਂ 'ਤੇ ਨੌਜਵਾਨ ਡਿੱਗੇ ਨਹੀਂ ਪਏ। ਜਦੋਂ ਇਹੋ ਜਿਹੇ ਇੰਟਰਵਿਊਜ਼ ਦਿੱਤੇ ਜਾਂਦੇ ਹੈ, ਕਿਸ ਤਰ੍ਹਾਂ ਅਸੀਂ ਉਹਨਾਂ ਤੋਂ ਹਟ ਕੇ ਕਿਸੇ ਨਵੇਂ ਕੈਂਡੀਡੇਟ 'ਤੇ ਫੋਕਸ ਕਰ ਸਕਦੇ ਹਾਂ? ਇਹੋ ਜਿਹਾ ਇੰਟਰਵਿਊ, ਕਿਸੇ ਦਾ ਵੀ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਤਾਂ ਚਿੱਟਾ ਹੈ ਹੀ ਨਹੀਂ, ਕਿ ਉੜਤਾ ਪੰਜਾਬ ਸਿਰਫ ਇੱਕ ਮੂਵੀ ਸੀਗੀ, ਕਿ ਇਹ ਮੀਡੀਆ ਦੀ ਬਣਾਵਟ ਹੈਗੀ, ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈਗੀ। ਹਾਊ ਸ਼ੁਡ ਵੀ ਰਿਸਪੌਂਡ ਟੂ ਦੈਟ? ਇਸ ਚੀਜ਼ ਨੂੰ ਅਸੀਂ ਓਵਰਕਮ ਕਿਸ ਤਰ੍ਹਾਂ ਕਰ ਸਕਦੇ ਹਾਂ? This is one of the few agendas they bring it whenever elections are forthcoming, ਜਾਂ ਜਦੋਂ ਕਿਸੇ ਪਾਰਟੀ ਨੇ ਕਿਸੇ ਤੇ ਦੂਸ਼ਣਬਾਜ਼ੀ ਕਰਨੀ ਹੋਵੇ। ਇਹਦੇ ਨਾਲ ਦੇ ਮੈਂ ਕੁਝ ਇਹਦੇ 'ਚ ਇਸ਼ੂ ਐਡ ਕਰਕੇ ਫਿਰ ਮੈਂ ਤੁਹਾਡਾ ਜਵਾਬ ਦਿੰਨਾ। ਕੁਝ ਇਸ਼ੂ ਇਹੋ ਜਿਹੇ ਨੇ ਜਿਹੜੇ ਇਲੈਕਸ਼ਨਾਂ ਵੇਲੇ ਸ਼ੈਲਫਾਂ ਤੋਂ ਲਾਹ ਲਏ ਜਾਂਦੇ ਨੇ।
ਉਹ ਸਟੋਰ ਕਰਕੇ ਰੱਖ ਦਿੱਤੇ ਜਾਂਦੇ ਨੇ ਤੇ ਜਦੋਂ ਇਲੈਕਸ਼ਨ ਟਾਈਮ ਆ ਗਿਆ ਪੰਥ ਖਤਰੇ 'ਚ ਹੈ। ਡੇਰੇ ਵਾਲੇ ਨੂੰ ਮਾਫੀ ਦਾ ਇਸ਼ੂ ਹੈ, ਬਰਗਾੜੀ ਤੇ ਦੂਸਰਾ ਜਿਹੜੀ ਫਾਇਰਿੰਗ ਹੋਈ ਸੀਗੀ ਉਹ ਹੈਗਾ ਜੀ। ਗੁਟਕਾ ਸਾਹਿਬ ਦੀ ਉਹਨੇ ਸੁਗੰਧ ਖਾਦੀ, ਸਹੁੰ ਖਾਦੀ। ਸੇਕਰੀਲੇਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਰਾਜੂਆਣਾ ਭੁੱਲਰ ਤੇ ਹੋਰ ਸਿੱਖਾਂ ਦਾ ਮਾਮਲਾ, 84 ਦੇ ਬੰਦਿਆਂ ਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਪਾਣੀਆਂ ਦਾ ਰੌਲਾ, ਨੌਕਰੀਆਂ ਦੇ ਦਾਂਗੇ, ਮਾਫੀਆ ਇੱਥੇ, ਨੈਸ਼ਨਲ ਸਿਕਿਉਰਿਟੀ ਦਾ ਖਤਰਾ, ਪੰਜਾਬ ਬਾਰਡਰਿੰਗ ਸਟੇਟ ਹੈ, ਅਸੀਂ ਕਿਸਾਨੀਆਂ ਦਾ ਅਸੀਂ ਮਸਲੇ ਹੱਲ ਕਰ ਦਾਂਗੇ, ਅਸੀਂ ਕਰਜ਼ੇ ਮਾਫ ਕਰ ਦਾਂਗੇ, ਅਸੀਂ ਅਕਾਊਂਟੇਬਿਲਟੀ ਲੈ ਆਵਾਂਗੇ। ਇਹ ਸਾਰੀਆਂ ਗੱਲਾਂ ਕਹਿਣ ਕਹਾਉਣ ਦੀਆਂ ਨੇ। ਇਹਨਾਂ ਚੋਂ ਬਹੁਤ ਥੋੜੇ ਲੀਡਰ ਨੇ ਜਿਹੜੇ ਸਿੰਸੀਅਰਲੀ ਇਹਨਾਂ ਤੇ ਕੰਮ ਕਰਨਾ ਚਾਹੁੰਦੇ ਆ। ਨਸ਼ਿਆਂ ਦੀ ਹਾਲਤ ਇਹ ਹੈ ਕਿ ਅੱਜ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਦੇ ਐਰਾ ਵੇਲੇ ਨਸ਼ੇ ਪੰਜਾਬ 'ਚ ਵੱਧ ਗਏ, ਅਨਇੰਪਲੋਇਮੈਂਟ ਵਧੀ ਹੋਈ ਹੈ, ਨਸ਼ੇ ਵੱਧ ਗਏ। ਫਿਰ ਕੁਝ ਪੋਲੀਟੀਕਲ ਲੀਡਰਸ ਦੇ ਨਾਂ ਨਸ਼ਿਆਂ ਨਾਲ ਜੁੜ ਗਏ, ਸੋ ਉਹਨਾਂ ਦੀਆਂ ਇਨਕੁਆਇਰੀਆਂ ਚੱਲ ਰਹੀਆਂ ਹਾਲੇ ਵੀ। ਇੱਕ ਦੂਸਰੇ ਤੇ ਦੂਸ਼ਣਬਾਜ਼ੀ ਇਹ ਹੋ ਰਹੀ ਹੈ, ਖੜ ਕੇ ਬੈਂਸ ਬ੍ਰਦਰਸ ਕਹਿ ਰਹੇ ਨੇ ਇੱਕ ਕਿਸੇ ਹੋਰ ਨੂੰ ਕਿ ਤੇਰਾ ਤਾਂ ਨਾਂ ਹੀ ਚਿੱਟਾ। ਅੱਜ ਕੱਲ ਉਹ ਫੈਮਿਲੀ 'ਚੋਂ ਸਪਸ਼ਟੀਕਰਨ ਆ ਰਹੇ ਨੇ ਕਿ ਸਾਡਾ ਕੁਛ ਨਾ ਰਵੇ ਜੇ ਅਸੀਂ ਚਿੱਟਾ ਵੇਚਿਆ ਹੋਵੇ। ਸੋ ਜਦੋਂ ਤੁਸੀਂ ਗੱਲ ਹੀ ਇਹੋ ਜਿਹੀਆਂ ਕਰ ਰਹੇ ਹੋ ਉੱਥੇ, ਉਹਨਾਂ ਦਾ ਧਿਆਨ ਤੁਹਾਡਾ ਕੀ ਖਿਆਲ ਹੈ ਪੰਜਾਬ ਦੇ ਇੰਪਰੂਵਮੈਂਟ ਵਾਸਤੇ? ਉਸੇ 5 ਆਬ ਨੂੰ ਜਿਹੜੇ 2 ਦਰਿਆ ਰਹਿ ਗਏ ਨੇ, 3 ਤਾਂ ਪਾਕਿਸਤਾਨ 'ਚ ਚਲੇ ਗਏ, ਕੀ ਅਸੀਂ ਉਸ ਪੰਜਾਬ ਨੂੰ ਜਿਉਂਦਾ ਰੱਖਣ ਨੂੰ ਤੇ ਉਹਨੂੰ ਰਿਵਾਈਵ ਕਰਨ ਦੀਆਂ ਗੱਲਾਂ ਕਰ ਰਹੇ ਹਾਂ? ਕੀ ਅਸੀਂ ਉਹਦੇ 'ਚ ਕ੍ਰੌਪ ਡਿਵਰਸੀਫਿਕੇਸ਼ਨ ਲਈ ਸਿੰਸੀਅਰ ਹਾਂ? ਕੀ ਅਸੀਂ ਉਹਦੇ 'ਚ ਇੰਪਲੋਇਮੈਂਟ ਲਈ ਸਿੰਸੀਅਰ ਹਾਂ? ਅਸੀਂ ਤਾਂ ਸਿਰਫ ਚੋਣ ਵੇਲੇ ਇਹੋ ਜਿਹੇ ਇਸ਼ੂ ਕਹਿ ਸਕਦੇ ਕਿ ਉਹ ਪਾਰਟੀ ਨੇ ਨਸ਼ਿਆਂ ਦੀ ਆਹ ਕੀਤੀ ਹੈ, ਅਸੀਂ ਆਹ ਕਰ ਦਿਆਂਗੇ, ਅਸੀਂ ਨਸ਼ਾ ਮੁਕਤ ਕਰ ਦਾਂਗੇ। ਕੋਈ ਸਹੁੰ ਖਾਈ ਜਾ ਰਿਹਾ ਉਸ ਇਸ਼ੂ ਤੇ, ਕੋਈ ਕਹਿ ਰਿਹਾ ਅਸੀਂ 30 ਦਿਨ ਦੇ ਤੇ 100 ਦਿਨ ਦੇ ਅੰਦਰ ਅੰਦਰ ਆਹ ਕਰ ਦੇਵਾਂਗੇ। ਇਹ ਜਿਹੜੀਆਂ ਗੱਲਾਂ ਨੇ, ਇਹਦੇ ਲਈ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ, ਇਹਦੇ ਲਈ ਮੋਡਸ ਓਪਰੈਂਡੀ ਚਾਹੀਦਾ, ਇਹਦੇ ਲਈ ਸਿਸਟਮ ਇਨ ਪਲੇਸ ਚਾਹੀਦਾ, ਇਹਦੇ ਲਈ ਡੀਸੀਜ਼ ਤੇ IPS ਆਫੀਸਰਸ ਨੇ ਜਿਨ੍ਹਾਂ ਨੇ ਅਸ਼ੋਕ ਚੱਕਰ ਤੇ ਆਪਦੇ ਸਟਾਰਸ ਲਾਏ ਹੋਏ ਨੇ, ਉਹਨਾਂ ਦੀ ਓਥ ਦੀ ਮਿਹਨਤ ਚਾਹੀਦੀ ਹੈ। ਇਹਦੇ ਲਈ ਕ੍ਰੈਡੀਬਿਲਿਟੀ ਤੇ ਅਕਾਊਂਟੇਬਿਲਿਟੀ ਚਾਹੀਦੀ ਹੈ। ਇਹ ਕੋਈ ਇੱਕ ਬੰਦੇ ਦੇ ਕਹਿਣ ਨਾਲ ਥੋੜ੍ਹਾ ਕਿ ਅੱਜ ਅਨਾਉਂਸਮੈਂਟ ਹੋ ਜਾਣੀ ਹੈ ਜੀ ਕਿ ਇੱਥੋਂ ਤਾਂ ਨਸ਼ੇ ਬੰਦ ਹੋ ਜਾਣਗੇ। ਜੀ, ਆਈ ਮੀਨ ਵਾਂਸ ਅਗੇਨ ਇਟਸ ਵਨ ਆਫ ਦੋਜ਼ ਥਿੰਗਸ ਰਾਈਟ ਕਿ ਅਗਰ ਤੁਸੀਂ ਪ੍ਰੋਬਲਮ ਨੂੰ ਡਿਨਾਈ ਕਰ ਦੋ ਫਿਰ ਤੁਹਾਨੂੰ ਉਹਦੇ ਉੱਤੇ ਕੁਝ ਐਕਸ਼ਨ ਲੈਣ ਦੀ ਲੋੜ ਨਹੀਂ ਪੈਂਦੀ। ਅਗਰ ਅਸੀਂ ਅਮਰੀਕਾ ਦੇ ਨਾਲ ਵੀ ਕੰਪੇਅਰ ਕਰੀਏ, ਐਂਡ ਪਤਾ ਹੈ ਸਾਨੂੰ ਕਿ ਕੰਪੈਰੀਜ਼ਨ ਇਟਸ ਲਾਈਕ ਐਪਲਸ ਤੇ ਔਰੇਂਜਸ, ਤੁਸੀਂ ਨਹੀਂ ਪੰਜਾਬ ਨੂੰ ਕੰਪੇਅਰ ਕਰ ਸਕਦੇ ਇੱਥੇ ਨਾਲ, ਬਟ ਫॉर द ਸੇਕ ਆਫ ਕਨਵਰਸੇਸ਼ਨ ਗੱਲ ਕਰਨ ਦੇ ਲਈ ਅਗਰ ਅਸੀਂ ਕੰਪੇਅਰ ਕਰੀਏ, ਇੱਥੇ 80s ਦੇ ਵਿੱਚ ਜਦੋਂ ਡਰੱਗਸ ਵੱਧ ਰਹੇ ਸੀ, ਨੈਂਸੀ ਰੇਗਨ ਦੀ ਵਾਈਫ ਨੇ, ਪ੍ਰੈਜ਼ੀਡੈਂਟ ਰੇਗਨ ਦੀ ਵਾਈਫ ਨੇ ਦ ਵਾਰ ਔਨ ਡਰੱਗਸ ਪ੍ਰੋਗਰਾਮ ਲਾਂਚ ਕੀਤਾ, ਇੱਕ ਨੇਸ਼ਨ ਵਾਈਡ ਕੈਂਪੇਨ ਕਿ ਅਸੀਂ ਡਰੱਗਸ ਦੇ ਖਿਲਾਫ ਲੜਾਂਗੇ, ਇੱਕ ਵਾਰ ਅਸੀਂ ਡਿਕਲੇਅਰ ਕਰਤੀ ਹੈ ਡਰੱਗਸ ਤੇ, ਉਸ ਟਾਈਮ ਤੋਂ ਸ਼ੁਰੂ ਕੀਤੀ। ਉਹਦੀ ਸਕਸੈਸ ਦੀ ਗੱਲ ਵੱਖਰੀ ਹੈ, ਬਟ ਦੈਟਸ ਦ ਕਾਈਂਡ ਆਫ ਐਕਸ਼ਨ ਦੈਟਸ ਨੀਡਡ। ਰੀਸੈਂਟਲੀ ਯੂਨਾਈਟਿਡ ਸਟੇਟਸ ਦੇ ਵਿੱਚ ਓਪੀਆਇਡ ਨੂੰ ਇੱਕ ਕ੍ਰਾਈਸਿਸ ਕਿਹਾ ਗਿਆ ਹੈ, ਜੋ ਹੈਰੋਇਨ, ਜੋ ਪ੍ਰਿਸਕ੍ਰਿਪਸ਼ਨ ਡਰੱਗਸ ਹੁੰਦੇ ਆ ਉਹਨੂੰ ਇੱਕ ਐਪੀਡੈਮਿਕ ਕਿਹਾ ਗਿਆ ਹੈ। ਜਿਸ ਤਰ੍ਹਾਂ ਅਸੀਂ ਪੈਂਡੈਮਿਕ ਕੋਵਿਡ ਨੂੰ ਕਹਿੰਦੇ ਐਪੀਡੈਮਿਕ, ਇੱਥੇ ਦੀ ਹੈਰੋਇਨ ਤੇ ਡਰੱਗ ਕ੍ਰਾਈਸਿਸ ਨੂੰ ਕਿਹਾ ਗਿਆ ਹੈ। ਇਹੋ ਜਿਹੇ ਕਿਉਂ ਨਹੀਂ ਲਫ਼ਜ਼ ਸਾਨੂੰ ਸੁਣਨ ਨੂੰ ਮਿਲਦੇ? ਇਟਸ ਵਾਂਸ ਅਗੇਨ ਕਾਫੀ ਸਰਪ੍ਰਾਈਜ਼ਿੰਗ ਹੈ, ਬਟ ਸਰਪ੍ਰਾਈਜ਼ਿੰਗ ਗੱਲ ਇਹ ਨਹੀਂ ਹੈਗੀ ਕਿ ਇਹਦੀ ਗੱਲ ਨਹੀਂ ਹੋ ਰਹੀ। ਸਰਪ੍ਰਾਈਜ਼ਿੰਗ ਗੱਲ ਇਹ ਹੈ ਕਿ ਉਹਦਾ ਪੂਰਾ ਡਿਨਾਇਲ ਹੋ ਰਿਹਾ ਹੈ ਕਿ ਡਰੱਗਸ ਐਗਜ਼ਿਸਟ ਵੀ ਕਰਦਾ ਹੈ, ਨਸ਼ਾ ਪੰਜਾਬ ਲਈ ਇੱਕ ਪ੍ਰੋਬਲਮ ਵੀ ਹੈਗੀ। ਇੱਕ ਹੋਰ ਬ੍ਰੇਕ ਦਾ ਟਾਈਮ ਆ ਗਿਆ ਹੈ ਮਨਮੋਹਨ ਜੀ, ਬਟ ਕਾਫੀ ਕੁਐਸਚਨਸ ਹਲੇ ਵੀ ਇਨ ਪਾਰਟੀਜ਼ ਨੂੰ ਲੈ ਕੇ ਤੁਹਾਡੇ ਲਈ ਸਾਡੇ ਕੋਲ ਹੈਗੇ, ਸੋ ਤੁਸੀਂ ਕਿਤੇ ਨਾ ਜਾਓ। ਵਿਊਅਰਸ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ, ਤੁਹਾਡੀ ਕਾਲਸ ਵੀ ਚੁੱਕਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਲਾਈਵ ਪ੍ਰੋਗਰਾਮ। ਅੱਜ ਦਾ ਮੁੱਦਾ ਤੁਸੀਂ ਵੇਖ ਰਹੇ ਹੋ ਤੇ ਪੰਜਾਬ ਇਲੈਕਸ਼ਨਸ ਦੀ ਵੱਖ-ਵੱਖ ਡਿਸਕਸ਼ਨਸ ਹੋ ਰਹੀਆਂ, ਤੁਹਾਡੇ ਵੀ ਵਿਚਾਰ ਸੁਣ ਰਹੇ ਹਾਂ ਤੇ ਸਾਡੇ ਨਾਲ ਜੁੜੇ ਹਨ ਯੂਟਾ ਤੋਂ ਮਨਮੋਹਨ ਸਿੰਘ ਗਰੇਵਾਲ ਜੀ। ਮਨਮੋਹਨ ਜੀ, ਬ੍ਰੇਕ ਤੋਂ ਪਹਿਲੇ ਅਸੀਂ ਥੋੜੀ ਜੀ ਗੱਲ ਕਰ ਰਹੇ ਸੀ ਡਿਨਾਇਲ ਦੀ, ਰਾਈਟ, ਕਿ ਤੁਸੀਂ ਅਗਰ ਕਿਸੇ ਚੀਜ਼ ਨੂੰ ਮੰਨਦੇ ਹੀ ਨਹੀਂ ਹੋ ਕਿ ਉਹ ਇੱਕ ਪ੍ਰੋਬਲਮ ਹੈਗੀ, ਫਿਰ ਤੁਹਾਨੂੰ ਉਹਦਾ ਕੋਈ ਸੋਲੂਸ਼ਨ ਲੱਭਣ ਦੀ ਵੀ ਲੋੜ ਨਹੀਂ ਪੈਂਦੀ। ਜਦੋਂ ਅਸੀਂ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਖਾਸ ਕਰਕੇ ਪੰਜਾਬ ਦੇ ਵਿੱਚ ਜੋ ਕਿ ਐਗਰੀਕਲਚਰ ਪਾਵਰ ਹਾਊਸ ਸੀਗਾ, ਸ਼ਾਇਦ ਹਲੇ ਵੀ ਹੈਗਾ ਕਿਸੇ ਨਾ ਕਿਸੇ ਹੱਦ ਤੱਕ ਪੂਰੇ ਇੰਡੀਆ ਦਾ,
ਉਹਦੀ ਡਿਟੀਰੀਓਰੇਸ਼ਨ, ਉਹਦੇ ਜੋ ਕਿਸਾਨੀ ਦੇ ਨਾਲ ਐਗਰੀਕਲਚਰਲ ਸੈਕਟਰ ਦੇ ਨਾਲ ਜੁੜੇ ਹੋਏ ਮਸਲੇ ਹਨ, ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਲਾਈਮਲਾਈਟ ਤੇ ਇੰਟਰਨੈਸ਼ਨਲ ਅਟੈਂਸ਼ਨ ਜ਼ਰੂਰ ਮਿਲੀ ਕਿਸਾਨ ਮੋਰਚੇ ਕਰਕੇ, ਬਟ ਉਹ ਅਟੈਂਸ਼ਨ ਤਾਂ ਹੁਣ ਚਲੀ ਗਈ ਹੈ ਤੇ ਇਨ ਮਸਲਿਆਂ ਦਾ ਕੀ ਬਣੂਗਾ। ਆਫ ਕੋਰਸ ਕਿਸਾਨ ਮੋਰਚਾ ਇੱਕ ਹੋਰ ਚੀਜ਼ ਛੱਡ ਗਿਆ, ਭਾਵੇਂ ਉਸ 1.5 ਸਾਲ ਦੇ ਵਿੱਚ ਪੋਲੀਟਿਕਸ ਨੂੰ ਅੰਦਰ ਵੜਨ ਨਹੀਂ ਦਿੱਤਾ ਕਿਸਾਨ ਆਗੂਆਂ ਨੇ, ਹੁਣ ਕੁਝ ਉਹੀ ਕਿਸਾਨ ਆਗੂ ਆਪ ਪੋਲੀਟਿਕਸ ਵਿੱਚ ਵੜ ਚੁੱਕੇ ਹੈ। ਸੰਯੁਕਤ ਸਮਾਜ ਮੋਰਚਾ ਪਾਰਟੀ, ਸੰਯੁਕਤ ਸੰਘਰਸ਼ ਪਾਰਟੀ, ਇਹ ਜੋ ਪਾਰਟੀਜ਼ ਡਿਵੈਲਪ ਹੋਈਆਂ, ਇਹਨਾਂ ਦੇ ਬਾਰੇ ਲੋਕਾਂ ਦੇ ਕਈਆਂ ਦੇ ਬਹੁਤ ਸਪੋਰਟਿਵ ਵਿਚਾਰ ਹਨ, ਕਈਆਂ ਦੇ ਡਿਸਮਿਸਿਵ ਵਿਚਾਰ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਕਿਸਾਨੀ ਪਾਰਟੀਜ਼ ਹਨ, ਕਿੰਨਾ ਦੇ ਵਿੱਚ ਦਮ ਹੈ, ਕਿੰਨਾ ਕੁ ਇਹਨਾਂ ਦੇ ਵਿੱਚ ਸਿੰਸੈਰਿਟੀ ਹੈਗੀ ਉਨ ਮਸਲਿਆਂ ਨੂੰ ਟੈਕਲ ਕਰਨ ਦੀ? ਕਿਸਾਨੀ ਦਾ ਤਾਂ ਇੱਕ ਮਸਲਾ ਚਲੋ ਹੈ ਹੀ ਹੈ, ਬਾਕੀ ਵੀ ਮਸਲੇ ਹਨ ਪੰਜਾਬ ਦੇ ਵਿੱਚ, ਤੇ ਕੀ ਇੱਕ ਕਿਸਾਨੀ ਪਾਰਟੀ ਅੱਗੇ ਆ ਕੇ ਇਹਨਾਂ ਤੇ ਪ੍ਰੋਪਰ ਐਕਸ਼ਨ ਲੈ ਸਕਦੀ ਹੈ? ਜਿਹੜਾ ਫਾਰਮ ਬਿਲਸ ਵਾਪਸ ਹੋਏ ਨੇ, ਜਦੋਂ ਜੀ ਵਿਕਟਰੀ ਆਈ ਹੈ, ਤਾਂ ਉਹਦੇ 'ਚ 32 ਕਿਸਾਨ ਯੂਨੀਅਨ ਸੀਗੀਆਂ, ਤੇ ਇੱਕ ਛੋਟੀ ਜਿਹੀ ਸਟੇਟ 'ਚੋਂ, ਠੀਕ ਹੈ ਅਸੀਂ ਐਗਰੀਕਲਚਰਲ ਸਟੇਟ ਹੈ, ਪਰ ਸਾਡੀ ਯੂਨਿਟੀ, ਅਮੀਬਾਈਜੇਸ਼ਨ, ਸਾਡੀ ਡੀਫਰੈਗਮੈਂਟੇਸ਼ਨ ਕਹਿ ਲਓ, ਅਸੀਂ ਖੇਰੂ ਹੋ ਕੇ ਉੱਥੇ 32 ਯੂਨੀਅਨਸ ਦੇ ਵਿੱਚ ਪਹੁੰਚੇ। ਉਹਨਾਂ 'ਚੋਂ 3 ਕਿ 4 ਨਾਂ ਉੱਭਰ ਕੇ ਸਭ ਤੋਂ ਉੱਪਰ ਆਏ, ਰਾਜੇਵਾਲ, ਲਖੋਵਾਲ ਤੇ ਗੁਰਨਾਮ ਸਿੰਘ ਚਰੂਨੀ। ਕੁਛ ਨਾਂ ਆਏ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਨੌਜਵਾਨ ਸੀਗੇ, ਦੀਪ ਸਿੱਧੂ, ਲੱਖਾ ਸਦਾਨਾ, ਤੇ ਜਿਨ੍ਹਾਂ ਦੀ ਅਪਰੋਚ ਡਿਫਰੈਂਟ ਸੀਗੀ। ਠੀਕ ਹੈ, ਸਾਨੂੰ ਡਿਸਪਾਈਟ ਆਵਰ ਹਾਰਡਸ਼ਿਪਸ ਉੱਥੇ ਸਾਨੂੰ ਵਿਕਟਰੀ ਮਿਲੀ। ਉਹ ਸਾਰੇ ਭਾਰਤ ਦੇ ਆਪਾਂ ਅੱਗੇ ਲੱਗ ਕੇ ਬਾਕੀਆਂ ਨੂੰ ਨਾਲ ਲਿਆ, ਤੇ ਬਾਕੀ ਆਪਣਾ ਜੋਸ਼ ਦੇਖ ਕੇ ਹਰਿਆਣੇ ਵਾਲੇ ਨਾਲ ਆਏ, ਯੂਪੀ ਵਾਲੇ ਆਏ, ਟਕੈਤ ਆਇਆ, ਤੇ ਵੀ ਨੋ ਆਲ ਦੈਟ। ਉਸ ਤੋਂ ਬਾਅਦ ਕੀ ਹੋਇਆ ਕਿ ਉਸ ਵਿਕਟਰੀ ਦੇ ਵੇਲੇ, ਠੀਕ ਹੈ, ਇਹਨਾਂ ਨੇ ਬਹੁਤ ਸੋਹਣਾ ਰੋਲ ਪਲੇ ਕੀਤਾ, ਸਾਰੀ ਲੀਡਰਸ਼ਿਪ ਨੇ, ਦੇ ਸਟੇਟ ਯੂਨਾਈਟਿਡ, ਦੇ ਟੁਕ ਏ ਕੰਸੈਂਟੂਅਸ, ਸਭ ਦਾ ਇੱਕੋ ਜਿਹਾ ਫੈਸਲਾ ਸੀਗਾ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਤੋਂ ਕਾਮਯਾਬੀ, ਉਹਨਾਂ ਦੇ, ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਹੁੰਦੇ, ਸਿਰ ਨੂੰ ਚੜ੍ਹ ਗਈ। ਉਹਨਾਂ ਨੇ ਕੋਈ ਵਿਜ਼ਡਮ ਨਹੀਂ ਦਿਖਾਈ। ਉਹਨਾਂ ਨੇ ਸਾਰੇ ਦੇ ਸਾਰੇ ਪੋਲੀਟੀਕਲੀ ਮੋਟੀਵੇਟ ਹੋ ਗਏ ਕਿ ਅਸੀਂ ਤਾਂ ਬਹੁਤ ਮੱਲ ਮਾਰੀ, ਅਸੀਂ ਤਾਂ ਬੜਾ ਵੱਡਾ ਸੰਘਰਸ਼ ਜਿੱਤ ਕੇ, ਕ੍ਰੈਡਿਟ ਸਾਨੂੰ ਜਾਣਾ ਚਾਹੀਦਾ। ਉਹ ਆਪਣਾ ਕ੍ਰੈਡਿਟ ਲੈਣ ਲਈ ਬਿਨਾਂ ਕਿਸੇ ਏਜੰਡੇ ਤੋਂ, ਬਿਨਾਂ ਕਿਸੇ ਕ੍ਰਾਈਟੇਰੀਆ ਤੋਂ, ਤੇ ਬਿਨਾਂ ਕਿਸੇ ਕੈਂਡੀਡੇਟਸ ਦੀ ਲਿਸਟ ਤੋਂ, ਉਹਨਾਂ ਤੋਂ ਬੰਦੇ ਨਹੀਂ ਪੂਰੇ ਹੋ ਰਹੇ। ਟਾਈਮ ਸਿਰ ਐਪਲੀਕੇਸ਼ਨ ਨਹੀਂ ਫਾਈਲ ਕੀਤੀ। ਜਦੋਂ ਤੁਸੀਂ, ਤੁਹਾਡਾ ਕੋਈ ਮੂੰਹ ਮੱਥਾ ਹੀ ਨਹੀਂ ਹੈਗਾ, ਤੁਸੀਂ ਕੀ ਅਕੰਪਲਿਸ਼ ਕੀ ਕਰਨਾ ਚਾਹੁੰਦੇ ਹੋ? ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਉਹ ਤਾਂ ਕਿੰਗ ਮੇਕਰ ਰਹਿੰਦੇ, ਆਪਦਾ ਡੰਡਾ ਆਪਦੇ ਹੱਥ 'ਚ ਰੱਖਦੇ ਕਿ ਅਸੀਂ ਯੂਨਾਈਟਿਡ, ਅਸੀਂ ਚਾਹੇ ਆਮ ਆਦਮੀ ਪਾਰਟੀ ਆਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੋਵੇ, ਚਾਹੇ ਬੀਜੇਪੀ ਦਾ ਹੋਵੇ, ਤੇ ਚਾਹੇ ਕਾਂਗਰਸ ਦਾ ਹੋਵੇ, ਅਸੀਂ ਚੰਗੇ ਕੈਂਡੀਡੇਟਸ ਜਿਹੜੇ ਪ੍ਰੋ ਫਾਰਮਰਸ ਨੇ ਉਹ ਪਿਕ ਕਰਾਂਗੇ। ਉਹਨਾਂ ਦੀ ਉਹ ਅਪਰੋਚ ਹੋਣੀ ਚਾਹੀਦੀ ਸੀਗੀ ਕਿ ਕੈਂਡੀਡੇਟ ਬੇਸਡ ਉਹ ਹੈਲਪ ਕਰਦੇ। ਪਰ ਉਹਨਾਂ ਨੇ ਨਾ ਆਪ ਹੁਣ ਖੇਡਣਾ, ਨਾਲੇ ਉਹ ਦੇ ਵਿਲ ਬੀ ਅ ਡਿਵਾਈਡਿੰਗ ਫੈਕਟਰ। ਚੇਂਜ ਦਾ ਵੇਲਾ ਆਉਣ ਲੱਗਿਆ ਸੀਗਾ ਪੰਜਾਬ ਦੀ ਪੋਲੀਟਿਕਸ 'ਚ। ਉਹਨਾਂ ਨੇ 5-7-10% ਵੋਟ ਤਾਂ ਇੱਧਰ ਉੱਧਰ ਕਰਨਗੇ, ਪਰ ਉਹਨਾਂ ਨੂੰ ਸੀਟਾਂ ਨਹੀਂ ਜ਼ਿਆਦਾ ਮਿਲਣੀਆਂ। ਆਈ ਵਿਲ ਬੀ ਸਰਪ੍ਰਾਈਜ਼ਡ ਜੇ ਉਹਨਾਂ ਨੂੰ 3, 4 ਜਾਂ 5 ਸੀਟਾਂ ਮਿਲ ਜਾਣ। ਬੀਜੇਪੀ ਦੀ ਹਾਲਤ ਬੜੀ ਪਤਲੀ ਹੈ, 1 ਸੀਟ ਮਿਲੇ ਜਾਂ ਨਾ ਮਿਲੇ ਉਹ ਵੀ ਡਾਊਟ ਹੈ। ਇਸੇ ਤਰੀਕੇ ਨਾਲ ਜਿਹੜੀਆਂ ਹੈਗੀਆਂ ਨੇ ਇਹ ਬਾਕੀ ਦੀਆਂ ਪਾਰਟੀ ਨੇ, ਲੋਕ ਇਨਸਾਫ ਪਾਰਟੀ ਦੇ ਬੈਂਸ ਬ੍ਰਦਰਸ ਨੇ, ਹੋ ਸਕਦਾ ਉਹ 3 ਜਾਂ 4 ਸੀਟਾਂ ਲੈ ਜਾਣ, ਜਾਂ ਹੋ ਸਕਦਾ 2 ਜਾਂ 3 ਹੀ ਲੈ ਕੇ ਜਾਣ। ਸਿਮਿਲਰਲੀ ਇੱਕ ਲੋਕ ਇਨਸਾਫ ਪਾਰਟੀ 'ਚ, ਐਕਚੁਅਲੀ ਮੈਂ ਗਲਤ ਕਹਿ ਗਿਆ, ਮੈਂ ਲੋਕ ਇਨਸਾਫ ਪਾਰਟੀ ਦੇ 34 ਕੈਂਡੀਡੇਟ ਨੇ, ਉਹਦੇ 'ਚ 5 ਉਹਨਾਂ ਦੇ ਕੋਲ ਪਹਿਲਾਂ ਲੁਧਿਆਣਾ ਡਿਸਟ੍ਰਿਕਟ ਦੇ ਨੇੜੇ ਤੇੜੇ ਸੀਗੇ। ਇਸ ਵਾਰ ਉਹ 34 ਸੀਟਾਂ ਤੇ ਆਪਣਾ ਫਰੰਟ ਲੈ ਕੇ ਆਏ ਨੇ ਲੋਕ ਇਨਸਾਫ ਪਾਰਟੀ ਦਾ, ਪਰ ਉਹਨਾਂ ਦੇ ਕੰਟਰੋਲ 'ਚ 4 ਜਾਂ 5 ਵੋਟਾਂ ਜੇ ਉਹ ਜਿੱਤ ਜਾਣ ਤਾਂ ਦੈਟ ਵਿਲ ਬੀ ਅ ਮਿਰੇਕਲ। ਮਨਮੋਹਨ ਜੀ, ਮੈਂ ਤੁਹਾਨੂੰ ਸਿਰਫ ਇੱਥੇ ਇਸ ਕਰਕੇ ਰੋਕ ਰਹੀ ਹਾਂ ਬਿਕੋਜ਼ ਜੋ ਇਹ ਕਿਸਾਨੀ ਪਾਰਟੀ ਹੈਗੀ, ਜੋ ਸਭ ਤੋਂ ਇੰਪੋਰਟੈਂਟ ਪੁਆਇੰਟ ਇੱਥੇ ਤੁਸੀਂ ਕਿਹਾ ਹੈ ਕਿ ਜਿੱਥੇ ਅੱਜ ਸਾਨੂੰ ਇੱਕ ਕੋਲੈਬੋਰੇਟਿਵ ਐਫਰਟ
ਇੱਕ ਯੂਨਿਟੀ ਚਾਹੀਦੀ ਸੀ, ਉੱਥੇ ਕਿਸਾਨੀ ਪਾਰਟੀ ਆ ਕੇ ਹੋਰ ਵੰਡ ਰਹੀ ਹੈ ਉਨ ਵੋਟਰਸ ਨੂੰ ਜੋ ਇੱਕ ਪਾਸੇ ਲੱਗ ਕੇ ਕੋਈ ਮੀਨਿੰਗਫੁਲ ਚੇਂਜ ਲੈ ਕੇ ਆ ਸਕਦੇ ਸੀ। ਕਾਲਰਸ ਦੇ ਵਿਚਾਰ ਵੀ ਮੈਂ ਲੈਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਅਸ਼ਮਿਤਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ ਜੀ, ਗੁੱਡ ਟੂ ਹੀਅਰ ਫਰਮ ਯੂ ਐਜ਼ ਆਲਵੇਜ਼। ਦੱਸੋ ਸਰ, ਤੁਹਾਡੇ ਕੀ ਵਿਚਾਰ ਹਨ? ਹਾਂ, ਮੇਰੇ ਇੱਕ ਦੋ ਸਵਾਲ ਹਨ। ਪਹਿਲਾ ਸਤਿ ਸ੍ਰੀ ਅਕਾਲ ਮਨਮੋਹਨ ਸਿੰਘ ਹੋਰਾਂ ਨੂੰ, ਬਹੁਤ ਅੱਛਾ ਗੱਲਬਾਤ ਕਰ ਰਹੇ ਹਨ। ਮੈਨੂੰ ਇਸ ਇਲੈਕਸ਼ਨ 'ਚ ਦੋ ਚਾਰ ਚੀਜ਼ਾਂ ਨਵੀਆਂ ਆਈਆਂ ਜਿਹੜੀਆਂ ਅਗਰ ਸਾਨੂੰ ਬਾਦਰ ਕਰਦੀਆਂ ਤੇ ਮੇਰੇ ਖਿਆਲ ਉੱਥੇ ਵੀ ਲੋਕਾਂ ਨੂੰ ਕਰਦੀਆਂ ਹੋਣਗੀਆਂ ਜੀ। ਨੰਬਰ ਇੱਕ ਇਹ ਹੈ ਕਿ ਬਹੁਤ ਸਾਰੇ ਲੋਕ ਬੜੀਆਂ ਪਾਰਟੀਆਂ ਖਲੋ ਗਈਆਂ ਜੀ। ਔਰ ਇਹਦਾ ਕਾਰਨ ਮੈਂ ਤਾਂ ਇਹ ਸਮਝਦਾ ਕਿ ਜਿਹੜੀਆਂ ਦੋ ਤਿੰਨ ਵੱਡੀਆਂ ਪਾਰਟੀਆਂ ਜਿਨ੍ਹਾਂ ਕੋਲ ਪੈਸੇ ਹੈ ਉਹਨਾਂ ਨੇ ਇਹ ਲੋਕ ਖੜੇ ਕਰ ਦਿੱਤੇ ਆ। ਇਟ ਵਿਲ ਟੂ देयर बेनिफिट। नंबर दो, एक चीज बहुत हो रही है कि बहुत सारे लोग स्पेशली इन बिटवीन अकाली एंड बीजेपी और 4-4 साल 10-10 साल बीजेपी सी वो एकदम छड़ के ਅਸੀਂ ਅਕਾਲੀ ਬਣ ਗਏ। ਉਹ ਮੁੜ ਕੇ ਚੈਨਲਾਂ ਤੇ ਬਹਿਸ ਕਰ ਰਹੇ ਆ, ਪੁਰਾਣੀ ਪਾਰਟੀ ਮੇਰੀ ਬਹੁਤ ਮਾੜੀ ਸੀ। ਐਵੇਂ ਹੀ ਕਈ ਅਕਾਲੀ ਬੀਜੇਪੀ ਚਲੇ ਗਏ। ਹੱਕ ਦਾ ਹੈ ਹਰ ਇੱਕ ਬੰਦਾ ਜਾਵੇ, ਪਰ ਇਹ ਕੋਈ ਪੋਲੀਟੀਕਲ ਬਹੁਤ ਚੰਗਾ ਨਹੀਂ। ਔਰ ਥਰਡ ਚੀਜ਼ ਇਹ ਹੈ ਕਿ ਪੋਲੀਟੀਕਲ ਇਨਡਿਸਿਪਲਿਨ ਬਹੁਤ ਘਟ ਗਿਆ। ਅਗਰ ਮੈਂ ਕਾਂਗਰਸ ਤੇ ਖੜਾ ਤੇ ਮੇਰਾ ਧੀ ਪੁੱਤ ਮੇਰਾ ਭਰਾ ਦੂਜੀ ਪਾਰਟੀ ਦੇ ਖੜਾ, ਚਲੋ ਭਰਾ ਤਾਂ ਹੋ ਗਿਆ। ਅਗਰ ਤੁਸੀਂ ਤੁਹਾਡਾ ਲੜਕਾ ਖਲੋ ਗਿਆ ਪਰ ਤੁਸੀਂ ਐਟਲੀਸਟ ਉਹਦੀ ਕੰਪੇਨ 'ਚ ਤਾਂ ਨਾ ਜਾਓ। ਇਹ ਮਤਲਬ ਦੋ ਕੇਸਿਸ ਹੈ, ਇੱਕ ਉਹ ਨਵਾਂ ਸ਼ਹਿਰ ਤੋਂ ਹੈ, ਇੱਕ ਕਪੂਰਥਲਾ ਤੋਂ ਹੈ। ਸੋ ਇਹ ਪਾਰਟੀ ਇਨਡਿਸਿਪਲਿਨ ਹੈ। ਔਰ ਨੰਬਰ 3 ਮੇਰਾ ਬੀਜੇਪੀ ਵਾਸਤੇ ਇਹ ਹੈ ਭਈ ਬਾਲੀ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਵੀ ਕਿਹੜਾ ਕਿੰਨੇ ਕੱਢ ਦਿੱਤਾ। ਅਦਵਾਨੀ ਵੀ ਨੰਬਰ 2 ਸੀਗਾ ਆਪਣੇ ਵਾਜਪਾਈ ਤੋਂ ਬਾਅਦ, ਔਰ ਸਨ 14 'ਚ ਉਹਨੂੰ ਵੀ ਪਾਰਟੀ ਲਾਈਨ ਤੇ ਖੁੰਝੇ ਲਾ ਦਿੱਤਾ ਸੀ। ਸੋ ਇਸ ਕਰਕੇ ਇਹ ਤਾਂ ਕਈ ਲੋਕ ਇਧਰ ਲਾ ਦਿੰਦੇ ਪਰ ਅੱਛੀ ਗੱਲ ਤਾਂ ਇਹ ਵੀ ਨਹੀਂ ਹੈ ਜੀ। ਸੋ ਥੈਂਕ ਯੂ ਜੀ, ਮੈਂ ਵਿਚਾਰ ਜਾਣਨੇ ਚਾਹਾਂਗਾ। ਥੈਂਕ ਯੂ ਡਾਕਟਰ ਬਾਜਵਾ ਜੀ। ਮਨਮੋਹਨ ਸਿੰਘ ਜੀ, ਵਿਚਾਰ ਤਾਂ ਅਸੀਂ ਵੀ ਤੁਹਾਡੇ ਜਾਣਨਾ ਚਾਹੁੰਦੇ ਹਾਂ। ਸਮਾਂ ਸਾਨੂੰ ਇੱਥੇ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡੇ ਕੋਲ 30 ਸੈਕਿੰਡਸ ਹਨ। ਰੈਪ ਅਪ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? 931 ਕੈਂਡੀਡੇਟਸ ਨੇ ਜੀ, 117 ਇਲੈਕਟ ਹੋਣੇ ਨੇ। ਸੋ ਜਿਹੜੇ 117 ਨੇ ਇਲੈਕਟ ਹੋਣੇ ਨੇ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ NRIs ਵੱਲੋਂ ਕਿ ਤੁਹਾਡੇ ਜਿਹੜੇ ਇਸ਼ੂਜ਼ ਨੇ ਉਹਦੇ ਤੇ ਤੁਹਾਡਾ ਫੋਕਸ ਹੋਣਾ ਚਾਹੀਦਾ, ਚਾਹੇ ਉਹ ਫਾਰਮਿੰਗ ਦੇ ਨੇ, ਚਾਹੇ ਇੰਡਸਟਰੀ, ਟ੍ਰੇਡ, ਕਮਰਸ, ਐਜੂਕੇਸ਼ਨ, ਹੈਲਥ, ਜੁਡੀਸ਼ੀਅਲ, ਅਕਾਊਂਟੇਬਿਲਿਟੀ, ਇੰਪਲੋਇਮੈਂਟ, ਟ੍ਰੈਜਰੀ, ਟੂਰਿਜ਼ਮ। ਜਦੋਂ ਉਹਨਾਂ ਨੇ ਉਹਦੇ ਤੇ ਫੋਕਸ ਕੀਤਾ ਤਾਂ ਲੋਕ ਆਪਣੇ ਆਪ ਸਮਝ ਜਾਣਗੇ ਕਿ ਸਾਨੂੰ ਘਰ ਵਾਪਸੀ ਵਾਲੇ ਕੈਂਡੀਡੇਟ ਨਹੀਂ ਚਾਹੀਦੇ, ਸਾਨੂੰ ਘਰ ਘਰ ਚੱਲੀ ਗੱਲ, ਸਾਨੂੰ ਪੋਸਟਰਸ, ਹੋਰਡਿੰਗਸ, ਵਾਟਰ ਟੈਂਕਸ ਦੇ ਉੱਪਰ ਨੋਟਿਸ ਲਾਉਣ ਦੀ ਤੇ ਵੱਡੇ ਵੱਡੇ ਕੋਟ ਸ਼ੁਕਰ ਹੈ ਦੇ ਨੋਟਿਸ ਨਹੀਂ ਲਾਉਣੇ ਪੈਣੇ। 1000-2000 ਰੁਪਈਆਂ ਦੀ ਦਾਲ ਦੀ, ਗੈਸ ਦੀ, ਅਸੀਂ ਤੁਹਾਨੂੰ ਫ੍ਰੀ ਫੋਨ ਦੇਵਾਂਗੇ, ਆਟਾ ਦੇਵਾਂਗੇ। ਇਹੋ ਜਿਹੇ ਵਾਅਦੇ ਕਰਨ ਦੀ ਲੋੜ ਹੀ ਨਹੀਂ ਪੈਣੀ ਅਗਰ ਲੋਕਾਂ ਨੂੰ ਤੁਸੀਂ ਸਹੀ ਤਰ੍ਹਾਂ ਜੋ ਉਹਨਾਂ ਨੂੰ ਐਕਚੁਅਲ ਮਸਲੇ ਹੈਗੇ ਉਹਨਾਂ ਨੂੰ ਐਡਰੈਸ ਕਰਿਓ। ਮਨਮੋਹਨ ਸਿੰਘ ਗਰੇਵਾਲ ਜੀ, ਯੂਟਾ ਤੋਂ ਤੁਸੀਂ ਸਾਡੇ ਨਾਲ ਜੁੜੇ। ਸਿੱਖ ਮਸਲਿਆਂ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਹਮੇਸ਼ਾ ਤੁਸੀਂ ਨਾ ਕਿ ਸਿਰਫ ਜਾਣਕਾਰੀ ਰੱਖਦੇ ਹੋ ਬਟ ਸਾਂਝੀ ਵੀ ਕਰਦੇ ਹੋ ਸਾਡੇ ਨਾਲ ਤੇ ਹੋਰਾਂ ਦੇ ਨਾਲ। ਥੈਂਕ ਯੂ ਸੋ ਮਚ ਫॉर योर टाइम सर। हैव अ गुड रेस्ट ऑफ योर इवनिंग। सत श्री अकाल। Gita, thank you for having me. It's always fun to come on your channel and always good to hear the interaction and interact with the audience. Thank you ਜੀ, ਥੈਂਕ ਯੂ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਉਮੀਦ ਹੈ ਕਿ ਤੁਹਾਨੂੰ ਇਸ ਪ੍ਰੋਗਰਾਮ ਤੋਂ ਕੁਝ ਇੰਪੋਰਟੈਂਟ ਤੇ ਵਧੀਆ ਜਾਣਕਾਰੀ ਮਿਲੀ ਹੋਏਗੀ ਬਟ ਇਸ ਮੁੱਦੇ ਨੂੰ ਲੈ ਕੇ ਤਾਂ ਲਗਾਤਾਰ ਕਵਰੇਜ ਹੁਣ ਤਾਂ ਮੰਥ ਦੇ ਐਂਡ ਤੱਕ ਤੇ ਉਸ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਜਾਂਦੇ ਸਿਰਫ ਇੱਕ ਮੈਂ ਤੁਹਾਡੇ ਨਾਲ ਅਨਾਉਂਸਮੈਂਟ ਸ਼ੇਅਰ ਕਰਨਾ ਚਾਹੁੰਦੀ ਹਾਂ। ਮਾਰਚ 1 ਤੋਂ ਜੋ ਕਿ ਜਸ ਪੰਜਾਬੀ ਦੀ 15th ਐਨੀਵਰਸਰੀ ਵੀ ਹੈਗੀ, ਅਸੀਂ ਕੁਝ ਚੇਂਜਸ ਤੁਹਾਡੇ ਲੈ ਕੇ ਆ ਰਹੇ ਹਾਂ। ਖਾਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਚੇਂਜ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ ਤਾਂ ਕਿ ਤੁਸੀਂ ਸਾਡੇ ਨਾਲ ਥੋੜਾ ਜਿਹਾ अर्ਲੀ ਜੁੜ ਸਕੋ। 8:30 ਵਜੇ ਟਾਈਮ ਚੇਂਜ ਹੋਏਗਾ ਈਸਟਰਨ ਮੁੱਦੇ ਦਾ। ਲਾਈਵ ਤੁਹਾਡੇ ਨਾਲ 8:30 ਵਜੇ ਈਸਟਰਨ ਅੱਜ ਦਾ ਮੁੱਦਾ ਪੇਸ਼ ਕਰਾਂਗੇ ਮਾਰਚ 1 ਤੋਂ ਲੈ ਕੇ। ਇਹਦੇ ਉੱਤੇ ਤੁਹਾਡੇ ਅਗਰ ਕੋਈ ਵਿਚਾਰ ਹਨ, ਕੋਈ ਇਸ਼ੂਜ਼, ਕਮੈਂਟਸ, ਕੰਸਰਨਸ, ਆਫ ਕੋਰਸ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com। ਆਸ਼ਮਿਤਾ@justbroadcasting.com। ਹੁਣ ਮੈਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।